ਵਾਹਿਗੁਰੂ। ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰੂ ਗਰੀਬ ਨਿਵਾਜ। मैं मूरख की केतक बात है, कोट परादी तरियारे। गुरु नानक जिन सुनिया पेखिया, से फिर गर्भास ना परियारे। जेह काटी सिलक दयाल प्रभ, से जन लगे भगते। हर गुर नानक जिन परसिया, तेत युद्ध सदा मुक्ते। जाहर पीर जगत गुर बाबा, जाहर पीर जगत गुर बाबा। जाहर पीर जगत गुर बाबा। जाहर पीर जाहर पीर जगत गुर बाबा। जाहर पीर जगत गुर बाबा, पीर जगत गुर बाबा। जाहर पीर जगत गुर बाबा। जाहर पीर। सतगुर सच्चा पातशाह, वे परवाहो अथाह सहाबा। सतगुर सच्चा पातशाह, बेपरवाह अथाह सहाबा। नाम गरीब निवाज है, बेमुहताज ना मोह मुहाबा। बेमुहताज ना मोह मुहाबा। बेमुहताज ना मोह मुहाबा। जाहर पीर जगत गुर बाबा। जाहर पीर जगत गुर बाबा। जाहर पीर।
ਕਾਇਮ ਦਾਇਮ ਸਾਹਿਬੀ, ਹਾਜ਼ਰ ਨਾਜ਼ਰ ਵੇਦ ਕਿਤਾਬਾਂ, ਹਾਜ਼ਰ ਨਾਜ਼ਰ ਵੇਦ ਕਿਤਾਬਾਂ। ਹਾਜ਼ਰ ਨਾਜ਼ਰ ਵੇਦ ਕਿਤਾਬਾਂ, ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ। ਅਗਮ ਅਡੋਲ ਅਤੋਲ ਹੈ, ਤੋਲਣ ਹਾਰ ਨ ਡੰਡੀ ਛਾਬਾ। ਅਗਮ ਅਡੋਲ ਅਤੋਲ ਹੈ, ਤੋਲਣ ਹਾਰ ਨ ਡੰਡੀ ਛਾਬਾ। ਇੱਕ ਛਤ ਰਾਜ ਕਮਾਉਂਦਾ, ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬਾ। ਇੱਕ ਛਤ ਰਾਜ ਕਮਾਉਂਦਾ, ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬਾ। ਆਦਲ ਅਦਲ ਚਲਾਇਂਦਾ, ਆਦਲ ਅਦਲ ਚਲਾਇਂਦਾ। ਜ਼ਾਲਮ ਜ਼ੁਲਮ ਨਾ ਜੋਰ ਜਰਾਵਾ, ਜ਼ਾਲਮ ਜ਼ੁਲਮ ਨਾ ਜੋਰ ਜਰਾਵਾ। ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ। ਜ਼ਾਹਰ ਪੀਰ ਜਗਤ ਗੁਰ ਬਾਬਾ, ਪੀਰ ਜਗਤ ਗੁਰ ਬਾਬਾ, ਜ਼ਾਹਰ 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 ਪੀਰ, ਜ਼ਾਹਰ ਪੀਰ, ਜ਼ਾਹਰ ਪੀਰ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨਾ ਜਾਣਾ ਤੇਰਾ,
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। जिसके सिर ऊपर तू स्वामी, सो दुख कैसा पावे। जिसके सिर ऊपर तू स्वामी, सो दुख कैसा पावे। बोल न जाने माया मद माता, मरना चीत न आवे, मरना चीत न आवे। सब ते बड़ा ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। मेरे राम राय, मेरे राम राय, तू संता का संत तेरे, तू संता का संत तेरे। तेरे सेवक को पौ किछ नाहीं, जम नहीं आवे मेरे, जम नहीं आवे मेरे, जम नहीं आवे मेरे। सब ते वड्डा सतिगुर नानक, सब ते वड्डा सतਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਦੁਖ ਨਾਸਾ, ਜੋ ਤੇਰੇ ਰੰਗ ਰਾਤੇ स्वामी, तिनका जन्म मरण दुख नासा। तेरी बख्श ना मेटे कोई, सतगुर का दिलासा, सतगुर का दिलासा, सतगुर का दिलासा। सब ते वड्डा सतगुर नानक, सब ते वड्डा सतगुर नानक, जिन कल राखी
ਕਲ ਰਾਖੀ ਮੇਰੀ। ਨਾਮ ਤੇ ਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ। ਨਾਮ ਤੇ ਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ। ਤੇਰੀ ਸਰਣ ਤੇਰੇ ਪਰਵਾਸ, ਪੰਚ ਦੁਸ਼ਟ ਲੈ ਸਾਧ ਹੈ। ਪੰਚ ਦੁਸ਼ਟ ਲੈ ਸਾਧ ਹੈ। ਪੰਚ ਦੁਸ਼ਟ ਲੈ ਸਾਧ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ। ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਆਰ ਦੇ ਵਿੱਚ, ਪ੍ਰੇਮ ਦੇ ਵਿੱਚ ਜੁੜ ਕਰਕੇ ਆਪ ਜੀ ਗੁਰੂ ਸੰਗਤ ਰੂਪ ਹੋ ਕਰਕੇ ਇਕੱਤਰ ਹੋਏ ਹੋ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਆਪਸ ਵਿੱਚ ਪਾਈਏ। ਸਤਿਗੁਰਾਂ ਨੂੰ ਨਮਸਕਾਰ ਕਰੀਏ ਤੇ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਬਾ ਕਮਾਲ ਰਚਨਾਵਾਂ ਸਿੱਖ ਪੰਥ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਵੈਸੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਹੋਏ ਹਨ, ਪਰ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਰਹਿੰਦਿਆਂ ਜੋ ਉਹਨਾਂ ਨੇ ਰਚਨਾਵਾਂ ਲਿਖੀਆਂ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਸ਼ਖਸ ਹਨ ਜਿਨ੍ਹਾਂ ਦੀ ਬਾਣੀ ਨੂੰ ਮਹਾਨਤਾ ਮਿਲੀ ਹੈ, ਪ੍ਰਵਾਨਤਾ ਮਿਲੀ ਹੈ, ਜਿਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਬੜੇ ਗੁੱਝੇ ਭੇਦ ਵਿੱਚ ਪਈ ਹੈ। ਬਾਣੀ ਨੂੰ ਖੋਲ੍ਹਣ ਵਾਸਤੇ ਇੱਕ ਕੁੰਜੀ ਚਾਹੀਦੀ, ਜਿੰਦਰਾ ਖੋਲ੍ਹਣ ਵਾਸਤੇ ਕੁੰਜੀ ਚਾਹੀਦੀ ਹੁੰਦੀ ਹੈ। ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਗੁਰਦਾਸ ਜੀ ਤੁਹਾਡੀ ਬਾਣੀ ਦੀ ਕੁੰਜੀ ਹੋਵੇਗੀ।
ਤੁਹਾਡੀਆਂ ਰਚਨਾਵਾਂ ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਖੋਲ੍ਹੇਗੀ। ਉੱਥੇ ਮਹਾਰਾਜ ਜੀ ਦੇ ਨਾਲ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ, ਕਿ ਮਹਾਰਾਜ ਕਿੱਥੇ ਕਿੱਥੇ ਗਏ। ਮੈਂ ਕਈ ਵਾਰ ਪੜ੍ਹਦਿਆਂ ਵਿਚਾਰਦਿਆਂ ਸੋਚਦਾ ਹੁੰਨਾ, ਮੇਰੀ ਆਪਣੀ ਸੋਚ ਹੈ ਕਿ ਜੇ ਭਾਈ ਗੁਰਦਾਸ ਜੀ ਇਹ ਰਚਨਾਵਾਂ ਨਾ ਲਿਖਦੇ ਤੇ ਬਾਬੇ ਨਾਨਕ ਦਾ ਇਤਿਹਾਸ ਆਪਾਂ ਨੂੰ ਕਿੱਥੋਂ ਲੱਭਦਾ। ਬੜਾ ਮੁਸ਼ਕਲ ਸੀ ਕਿ ਕੀ ਗੱਲਾਂ ਕੀਤੀਆਂ, ਕਿੱਥੇ ਕਿੱਥੇ ਗਏ। ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ। ਕਿੱਥੇ ਕਿੱਥੇ ਬਾਬਾ ਨਾਨਕ ਜੀ ਪਹੁੰਚੇ ਤੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰੇਮ ਵਿੱਚ ਆਪੀ ਜੁੜੇ ਹੋ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਸਤਿਗੁਰਾਂ ਦੇ ਇਸ ਨਵੇਂ ਘਰ ਦੀਆਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ, ਵਧਾਈਆਂ ਹੋਵਣ। ਸੋ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਇਸ ਵੇਲੇ ਭੋਗ ਤੋਂ ਉਪਰੰਤ ਆਪ ਜੀ ਨੇ ਖੁੱਲੇ ਦੀਵਾਨਾਂ ਵਿੱਚ ਸੱਜ ਕੇ ਹਾਜ਼ਰੀਆਂ ਭਰੀਆਂ। ਭਾਈ ਸਾਹਿਬ ਜੀ ਗੁਰਮਤਿ ਵਿਚਾਰਾਂ ਦੇ ਨਾਲ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਬੜੇ ਸੁਲਝੇ, ਬੜੇ ਚੰਗੇ ਵਿਦਵਾਨ, ਇਲਾਕੇ ਵਿੱਚ ਉਹਨਾਂ ਦੀ ਸ਼ੋਭਾ ਹੈ ਤੇ ਬੜੀਆਂ ਮਹਿੰਗੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਨੇ। ਸੋ ਆਓ ਹੁਣ ਦਾਸ ਨੂੰ ਵੀ ਆਪ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਕੁਝ ਗੁਣ, ਕੁਝ ਗੱਲਾਂ ਬਾਬੇ ਨਾਨਕ ਦੀਆਂ ਆਪਾਂ ਸਾਂਝੀਆਂ ਕਰੀਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ 1469 ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਇੰ ਦੀ ਤਲਵੰਡੀ, ਜਿਹਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਪਾਕਿਸਤਾਨ ਵਿੱਚ ਰਹਿ ਗਿਆ। ਆਪਾਂ ਹਰ ਰੋਜ਼ ਅਰਦਾਸਾਂ ਕਰਦੇ ਹਾਂ। ਜਿਤਨੀ ਵਾਰ ਵੀ ਅਰਦਾਸ ਹੁੰਦੀ ਹੈ, ਗੁਰਸਿੱਖ ਇਹ ਮੰਗਦਾ ਹੈ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਕੱਲਾ ਨਨਕਾਣਾ ਨਹੀਂ ਰਹਿ ਗਿਆ ਪਾਕਿਸਤਾਨ ਦੇ ਵਿੱਚ, ਕੱਲਾ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਨਹੀਂ ਰਹਿ ਗਿਆ। 250-300 ਦੇ ਕਰੀਬ ਇਤਿਹਾਸਕ ਗੁਰੂ ਘਰ ਉੱਥੇ ਮੌਜੂਦ ਹਨ ਅਜੇ ਵੀ। 250-300 ਦੇ ਕਰੀਬ, ਥੋੜੇ ਨਹੀਂ ਹੁੰਦੇ, ਬਹੁਤ ਲੰਬਾ ਇਤਿਹਾਸ ਹੈ। ਉਸ ਧਰਤੀ ਨੂੰ, ਨਨਕਾਣੇ ਦੀ ਧਰਤੀ ਨੂੰ, ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਿ ਨਨਕਾਣੇ ਦੇ ਇੱਕ ਪਾਸੇ ਆਪਾਂ ਬੈਠੇ ਹਾਂ ਇੱਧਰੋਂ ਤੇ ਉਧਰ ਨੂੰ ਦੇਖੀ ਨਨਕਾਣਾ ਸਾਹਿਬ ਵੱਲ ਨੂੰ, ਤੇ ਵਿੱਚ ਪੈਂਦੀ ਰਾਵੀ। ਰਾਵੀ ਦਾ ਪਾਣੀ ਚੱਲਦਾ ਹੈ ਤੇ ਪਾਣੀ ਕਦੇ ਸੱਜੇ ਕਦੇ ਖੱਬੇ, ਕਦੇ ਸੱਜੇ ਕਦੇ ਖੱਬੇ ਚੱਲਦਾ ਹੈ। ਜਦੋਂ ਨਨਕਾਣੇ ਵੱਲ ਨੂੰ ਵੱਧਦਾ ਹੈ ਰਾਵੀ ਦਾ ਪਾਣੀ, ਤੇ ਵਿਦਵਾਨ ਲਿਖਦਾ ਕਿ ਇਹ ਪਾਣੀ ਬਾਬੇ ਨਾਨਕ ਦੇ ਚਰਨ ਧੋਣ ਵਾਸਤੇ ਜਾਂਦਾ, ਪਰ ਇਹਦੀ ਵਾਹ ਨਹੀਂ ਚੱਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਨਕਾਣਾ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਧੋਂਦਾ ਹੈ ਰਾਵੀ ਦਾ ਪਾਣੀ। ਤੇ ਫਿਰ ਕਹਿੰਦੇ ਦੂਸਰੇ ਪਾਸੇ, ਪਰਲੇ ਪਾਸੇ ਚਨਾਬ ਦਰਿਆ ਵਗਦਾ ਹੈ। ਚਨਾਬ ਦਰਿਆ ਉਹ ਵੀ ਸੱਜੇ ਉਹ ਵੀ ਖੱਬੇ, ਕਦੇ ਸੱਜੇ ਕਦੇ ਖੱਬੇ ਚੱਲਦਾ ਹੈ। ਤੇ ਫਿਰ ਜਿਵੇਂ ਸਿਰ ਦੇ ਉੱਪਰ ਚੌਰ ਸਾਹਿਬ ਝੂਲਦਾ ਹੁੰਦਾ ਨਾ, ਸਿਰ ਦੇ ਉੱਪਰ ਚਵਰ ਝੂਲਦਾ ਹੈ, ਇਸੇ ਤਰ੍ਹਾਂ ਕਹਿੰਦੇ ਰਾਵੀ ਦੀਆਂ ਲਹਿਰਾਂ ਚੌਰ ਸਾਹਿਬ ਦੇ ਵਾਂਗੂ ਨਨਕਾਣੇ ਦੀ ਧਰਤੀ ਤੇ ਝੂਲਦਾ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਬਾਬਾ ਕਲਿਆਣ ਦਾਸ ਜੀ, ਬਾਬਾ ਮਹਿਤਾ ਕਾਲੂ ਜੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਮਾਤਾ ਤ੍ਰਿਪਤਾ ਜੀ, ਇਹਨਾਂ ਦੇ ਘਰ ਦੇ ਵਿੱਚ ਬੜੀ ਲਾਡਲੀ, ਬੜੀ ਸੁਨੱਖੀ, ਬੜੀ ਸ਼ੁਭ ਗੁਣਾ ਵਾਲੀ ਬੱਚੀ, ਨਾਨਕਿਆਂ ਦੀ ਤੇ ਦਾਦਕਿਆਂ ਦੀ ਬੜੀ ਪਿਆਰੀ ਹੈ, ਬੀਬੀ ਨਾਨਕੀ। ਬੀਬੀ ਨਾਨਕੀ ਤਕਰੀਬਨ 3-4 ਸਾਲ ਦੀ ਉਮਰ ਹੈ ਤੇ ਘਰ ਦੇ ਵਿੱਚ ਅਰਦਾਸਾਂ ਪੁਕਾਰਾਂ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਕਰਦੇ ਇਹ ਸਾਰਾ ਪਰਿਵਾਰ, ਕਿ ਇਸ ਘਰ ਦੇ ਵਿੱਚ ਇੱਕ ਪੁੱਤਰ ਦੀ ਦਾਤ ਚਾਹੀਦੀ ਹੈ। ਭਗਵਾਨ, ਹੈ ਰਾਮ, ਹੈ ਅਕਾਲ ਪੁਰਖ। ਤੇ ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦਾ ਨਾਮ ਹੀ ਤ੍ਰਿਪਤਾ ਹੈ। ਤ੍ਰਿਪਤਾ ਦਾ ਅਰਥ ਹੁੰਦਾ ਹੈ ਰੱਜੀ ਹੋਈ, ਕਿਸੇ ਵੀ ਚੀਜ਼ ਦੀ ਭੁੱਖ ਨਹੀਂ। ਹੁਣ ਨਾਮ ਤਾਂ ਤ੍ਰਿਪਤ ਹੈ, ਨਾਮ ਪੱਖੋਂ ਤਾਂ ਰੱਜੀ ਹੈ, ਤੇ ਘਰ ਵਿੱਚ ਕਿਸੇ ਚੀਜ਼ ਦੀ ਲੋੜ ਵੀ ਨਹੀਂ, ਸਭ ਚੀਜ਼ਾਂ ਪੂਰੀਆਂ, ਦੌਲਤ, ਗੁਜਰਾਨ, ਸਭ ਕੁਝ ਪੂਰਾ ਹੈ। ਪਤੀ ਜਿਹੜਾ ਹੈ ਮੌਕੇ ਤੇ ਪਟਵਾਰੀ ਹੈ, ਸਾਰੀਆਂ ਸਹੂਲਤਾਂ, ਸੁੱਖ ਸਹੂਲਤਾਂ ਘਰ ਵਿੱਚ ਮੌਜੂਦ ਹਨ। ਪਰ ਇੱਕ ਪੱਖ ਤੋਂ ਇਹ ਚੀਜ਼ ਕਹਿੰਦੀ ਸਖਣੀ ਹੈ ਕਿ ਘਰ ਦੇ ਵਿੱਚ ਇੱਕ ਲਾਲ ਚਾਹੀਦਾ, ਪੁੱਤਰ ਚਾਹੀਦਾ ਹੈ, ਤੇ ਇਸ ਬੀਬੀ ਨਾਨਕੀ ਦੇ ਵਾਸਤੇ ਇੱਕ ਸੋਹਣਾ ਵੀਰਾ ਚਾਹੀਦਾ ਹੈ। ਅਰਦਾਸਾਂ ਹੁੰਦੀਆਂ ਤੇ ਕਿਤਨੀ ਭਗਤੀ ਹੋਵੇਗੀ ਬਾਬਾ ਮਹਿਤਾ ਕਾਲੂ ਜੀ ਦੀ ਤੇ ਮਾਤਾ ਤ੍ਰਿਪਤਾ ਦੀ, ਬੇਬੇ ਨਾਨਕੀ ਦੀ,
ਕਿ ਜਿਨ੍ਹਾਂ ਦੇ ਘਰ ਵਿੱਚ ਅਕਾਲ ਪੁਰਖ ਪਰਮੇਸ਼ਰ ਨੇ ਆਉਣਾ ਕੀਤਾ ਹੈ। ਆਖੋ ਸਤਨਾਮ। ਬਹੁਤ ਵੱਡੇ ਭਾਗ ਹਨ ਇਸ ਪਰਿਵਾਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ, ਪਿਤਾ ਬਾਬਾ ਕਲਿਆਣ ਦਾਸ ਜੀ, ਕੁੱਲ ਖੱਤਰੀਆਂ ਦੀ ਕੁੱਲ, ਬੇਦੀਆਂ ਦੀ ਕੁੱਲ, ਸਾਰੀ ਕੁੱਲ ਬੜੀ ਧੰਨਤਾ ਦੇ ਯੋਗ ਹੈ। ਤੇ ਮਾਤਾ ਤ੍ਰਿਪਤਾ ਜੀ, ਉਹ ਵੀ ਧੰਨਤਾ ਦੇ ਯੋਗ ਹੈ, ਜੋ ਜਿਨ੍ਹਾਂ ਨੇ ਆਪਣੀ ਕੁੱਖ ਤੋਂ ਇਸ ਬਾਲਕ ਨੂੰ ਜਨਮ ਦਿੱਤਾ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਰੂਪ ਧਾਰਨ ਕਰਕੇ ਆਏ। ਬੜੀ ਵਾਰ ਆਪ ਜੀ ਨੇ ਵਿਚਾਰ ਸੁਣੀ, ਆਪਾਂ ਅੱਗੇ ਵਧੀਏ। ਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਨੇ ਇੱਕ ਐਸਾ ਰੂਪ ਧਾਰਨ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆ ਕਰਕੇ ਕਲਯੁਗੀ ਜੀਵਨ ਦਾ ਉਧਾਰ ਕਰਨਾ ਚਾਹਿਆ ਤੇ ਕੀਤਾ ਵੀ ਉਹਨਾਂ ਨੇ। ਜਿਤਨਾ ਸਫ਼ਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ ਹੈ, ਸ਼ਾਇਦ ਹੀ ਕਿਸੇ ਪੈਗੰਬਰ ਨੇ, ਸ਼ਾਇਦ ਹੀ ਕਿਸੇ ਪ੍ਰਚਾਰਕ ਨੇ ਕੀਤਾ ਹੋਵੇ। ਤੇ ਮਹਾਰਾਜ ਜਿੱਥੇ ਵੀ ਕਿਤੇ ਊਣਤਾਈ ਦਿਸਦੀ, ਹਿੰਦੂ ਧਰਮ ਦਾ ਕੋਈ ਸੀ ਜਾਂ ਮੁਸਲਮਾਨ ਧਰਮ ਦੇ ਵਿੱਚ ਸੀ, ਉਹਨਾਂ ਤੱਕ ਪਹੁੰਚਣਾ ਕੀਤਾ, ਉਹਨਾਂ ਤੱਕ ਆਪਣੀ ਗੱਲ ਪਹੁੰਚਾਣੀ ਚਾਹੀ। ਤੇ ਬਾਬਾ ਜੀ ਸੁਮੇਰ ਪਰਬਤ ਤੇ ਵੀ ਚੜ੍ਹ ਗਏ। ਸੁਮੇਰ ਪਰਬਤ ਚੜਿਆ ਸੋਧਣ ਧਰਤ ਲੁਕਾਈ। ਸੁਮੇਰ ਪਰਬਤ ਤੇ ਚੜ੍ਹ ਕੇ ਇਹ ਨਹੀਂ ਕਿ ਜੋਗੀਆਂ ਦੇ ਕੋਲੋਂ, ਸਿੱਧਾਂ ਦੇ ਕੋਲੋਂ ਕੋਈ ਚੀਜ਼ ਲੈਣੀ ਸੀ ਜਾਂ ਦਿਖਿਆ ਲੈਣੀ ਸੀ, ਸਿੱਖਿਆ ਲੈਣੀ ਸੀ। ਉਹਨਾਂ ਨੂੰ ਸਮਝਾਉਣ ਵਾਸਤੇ ਮਹਾਰਾਜ ਉੱਥੇ ਚੜ੍ਹ ਗਏ। ਆਓ ਹੁਣ ਥੋੜ੍ਹੀ ਜਿਹੀ ਇਕਾਗਰਤਾ ਬਣਾਈਏ, ਇੱਕ ਸ਼ਬਦ ਦੀ ਸਾਂਝ ਉਪਰੰਤ ਆਪਾਂ ਫਿਰ ਵਿਚਾਰ ਵਿੱਚ ਜੁੜੀਏ। ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ, ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਆਕਿਆ ਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਰੇਤ ਆਕਿਆ ਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਬਾਬਾ ਪੈਂਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ।
ਬਾਬਾ ਪੈਂਦਾ ਸੱਚਖੰਡ, ਨਾਨਕ ਨਾਮ ਗਰੀਬੀ ਆਈ। ਚੜਿਆ ਸੋਧਣ ਤਰਤ ਲੁਕਾਈ, ਚੜਿਆ ਸੋਧਣ ਤਰਤ ਲੁਕਾਈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਝੋਂ ਗੁਰੂ ਕੁਬਾਰ ਹੈ ਕਰਦੀ ਸੁਣੀ ਲੁਕਾਈ। ਬਾਝੋਂ ਗੁਰੂ ਕੁਬਾਰ ਹੈ ਕਰਦੀ ਸੁਣੀ ਲੁਕਾਈ। ਚੜਿਆ ਸੋਧਣ ਤਰਤ ਲੁਕਾਈ, ਚੜਿਆ ਸੋਧਣ ਤਰਤ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਬਾਬੇ ਭੇਖ ਸੋਧਣ ਤਰਤ ਲੁਕਾਈ, ਚੜਿਆ ਸੋਧਣ ਤਰਤ ਲੁਕਾਈ। ਚੜਿਆ ਸੋਧਣ ਤਰਤ ਲੁਕਾਈ, ਚੜਿਆ ਸੋਧਣ, ਚੜਿਆ ਸੋਧਣ, ਚੜਿਆ ਸੋਧਣ ਤਰਤ ਲੁਕਾਈ। ਵਾਹਿਗੁਰੂ ਜੀ। ਚੜਿਆ ਸੋਧਣ ਤਰਤ ਲੁਕਾਈ। ਪਹਿਲਾਂ ਬਾਬੇ ਪਾਇਆ ਬਖਸ਼ਦਾ। ਜਨਮ ਲੈਣ ਤੋਂ ਪਹਿਲਾਂ ਮਹਾਰਾਜ ਪਰਮੇਸ਼ਰ ਤੋਂ, ਅਕਾਲ ਪੁਰਖ ਤੋਂ ਮਹਾਰਾਜ ਨੇ ਇੱਕ ਬਖਸ਼ਿਸ਼ ਪ੍ਰਾਪਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਐਸੀ ਬਖਸ਼ਿਸ਼ ਪ੍ਰਾਪਤ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ਿਸ਼ ਐਸੀ ਮਿਲੀ ਨਾਮ ਦੀ, ਨਿਮਰਤਾ ਦੀ। ਨਾਮ ਦੀ ਦਾਤ ਪ੍ਰਾਪਤ ਕਰਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧਰਤੀ ਤੇ ਆਏ। ਨਾਨਕ ਦਾ ਨਾਮ ਗਰੀਬੀ ਪਾਈ। ਫਿਰ ਮਹਾਰਾਜ ਨੇ ਦੇਖਿਆ ਕਿ ਸਾਰੀ ਪ੍ਰਿਥਵੀ ਜਿਸ ਕੰਮ ਵਾਸਤੇ ਮੈਂ ਆਇਆ, ਦੁਨੀਆ ਦੇ ਭਲੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ, ਹਿੰਦੂ ਮੁਸਲਿਮ ਇੱਕ ਦੂਜੇ ਦੇ ਵੈਰੀ, ਇੱਕ ਵਰਨ ਦੂਜੀ ਵਰਨ ਦਾ ਵੈਰੀ ਦੁਸ਼ਮਣ ਹੈ, ਇੱਕ ਦੂਜੇ ਤੋਂ ਨੱਕ ਚੜਾਉਂਦਾ, ਇੱਕ ਦੂਜੇ ਤੋਂ ਨਫ਼ਰਤ ਕਰਦਾ ਹੈ। ਮੈਂ ਇਹਨਾਂ ਦੇ ਵਿੱਚ ਐਸੀ ਪਿਆਰ ਦੀ ਰੂਹ ਫੂਕ ਦੇਵਾਂਗਾ। ਪਿਆਰ ਦੀ ਖੁਸ਼ਬੂ ਫੈਲਾਉਣ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰੋਂ ਨਿਕਲੇ। ਮਹਾਰਾਜ ਕਹਿੰਦੇ ਘਰ ਘਰ ਬਾਬਾ ਪੂਜੀਐ, ਹਿੰਦੂ ਮੁਸਲਮਾਨ ਗਵਾਈ। ਤੇ ਜਿੱਥੇ ਜਿੱਥੇ ਮਹਾਰਾਜ ਜਾਂਦੇ, ਘਰਾਂ ਘਰਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਪੂਜਾ ਹੋਣ ਲੱਗੀ। ਕਿਸੇ ਵੀ ਦੇਸ਼ ਵਿੱਚ ਗਏ, ਕਿਸੇ ਵੀ ਇਲਾਕੇ ਵਿੱਚ ਗਏ, ਕਿਸੇ ਵੀ ਸ਼ਹਿਰ ਵਿੱਚ ਗਏ, ਮਹਾਰਾਜ ਦੀ ਪੂਜਾ ਹੋਣ ਲੱਗ ਪਈ। ਲੋਕੀ ਪੂਜਣ ਲੱਗ ਪਏ। ਲੋਕੀ ਪੂਜਾ ਵਿੱਚ ਲੱਗ ਕਰਕੇ ਬਾਬੇ ਨਾਨਕ ਦੇ ਗੁਣ ਗਾਉਣ ਵਾਸਤੇ ਇਕੱਤਰ ਹੁੰਦੇ ਤੇ ਹਰੇਕ ਦੇ ਮਨਾਂ ਵਿੱਚ ਹਿੰਦੂ ਮੁਸਲਮਾਨ ਦਾ ਜਿਹੜਾ ਵਿਤਕਰਾ ਸੀ ਨਿਕਲਣਾ ਸ਼ੁਰੂ ਹੋਇਆ। ਮਨੁੱਖਤਾ ਅੰਦਰ ਪੈਦਾ ਹੋਣ ਲੱਗੀ। ਅੰਦਰ ਮਨੁੱਖਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਪੈਦਾ ਕੀਤੀ। ਸਿੱਧਾਂ ਦੇ ਨਾਲ, ਜੋਗੀਆਂ ਦੇ ਨਾਲ, ਸਾਧੂਆਂ ਦੇ ਨਾਲ, ਫਕੀਰਾਂ ਦੇ ਨਾਲ ਵਿਚਾਰਾਂ ਹੁੰਦੀਆਂ। ਤੇ ਮਹਾਰਾਜ ਜੀ ਨੇ ਜਦੋਂ ਵਿਚਾਰ ਵਟਾਂਦਰਾ ਕੀਤਾ, ਸਿੱਧ ਗੋਸ਼ਟ ਕੀਤੀ। ਬਾਬੇ ਕੀਤੀ ਸਿੱਧ ਗੋਸ਼ਟ। ਬਾਬਾ ਜੀ ਨੇ ਸਿੱਧ ਗੋਸ਼ਟ ਕੀਤੀ, ਸਿੱਧਾਂ ਦੇ ਨਾਲ ਗੋਸ਼ਟੀ ਐਸੀ ਕੀਤੀ ਤੇ ਸਿੱਧਾਂ ਨੂੰ ਜਵਾਬ ਕੋਈ ਨਾ ਆਇਆ। ਇੱਕ ਜਗ੍ਹਾ ਨਹੀਂ, ਸਮੇਰ ਪਰਬਤ ਨਹੀਂ ਕੱਲਾ। ਫਿਰ ਅਚਲ ਬਟਾਲੇ ਦੀ ਧਰਤੀ ਤੇ ਕਈ ਵਾਰ ਕਰਤਾਰਪੁਰ ਵੀ ਸਿੱਧ ਜੋਗੀ ਆ ਜਾਂਦੇ ਸਨ। ਨਾਨਕ ਮਤੇ ਦੀ ਧਰਤੀ ਤੇ ਹੋਰ ਕਈ ਇਲਾਕਿਆਂ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜੋਗੀਆਂ ਦੇ ਨਾਲ, ਸਿੱਧਾਂ ਦੇ ਨਾਲ ਵਿਚਾਰਾਂ ਕੀਤੀਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਿੱਧ ਲੋਕੋ, ਇਹ ਜੋਗੀ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ।
ਜਦੋਂ ਸੁਮੇਰ ਪਰਬਤ ਤੇ ਬੈਠੇ ਆ ਨਾ, ਸਿੱਧਾਂ ਦੇ ਨਾਲ ਪ੍ਰਸ਼ਨੋਤਰੀ ਹੁੰਦੀ ਹੈ, ਸਵਾਲ ਜਵਾਬ ਹੁੰਦੇ ਆ। ਫਿਰ ਪੁੱਛਣ ਸਿੱਧ ਨਾਨਕਾ, ਨਾਨਕ ਜੀ ਮਾਤ ਲੋਕ ਵਿੱਚ ਕਿਆ ਵਰਤਾਰਾ। ਮਾਤ ਲੋਕ, ਉਹ ਵੀ ਮਾਤ ਲੋਕ ਵਿੱਚ ਬੈਠੇ ਆ, ਉਹ ਵੀ ਧਰਤੀ ਤੇ ਹੀ ਹੈ, ਪਰ ਉਹਨਾਂ ਨੇ ਮਾਤ ਲੋਕ ਭਾਵ ਕਿ ਦੁਨੀਆ ਦਾ ਕਾਰ ਵਿਹਾਰ ਛੱਡ ਕਰਕੇ, ਘਰ-ਬਾਰ ਛੱਡ ਕਰਕੇ ਉੱਚੇ ਪਰਬਤਾਂ ਵਿੱਚ ਜਾ ਵੜੇ, ਗੁਫਾਵਾਂ ਵਿੱਚ ਜਾ ਲੁਕੇ, ਕਿਉਂਕਿ ਉਹਨਾਂ ਨੇ ਕਿਹਾ ਕਿ ਘਰ ਦੇ ਝਮੇਲੇ ਬੜਾ ਤੰਗ ਕਰਦੇ ਹਨ, ਬੜਾ ਦੁਖੀ ਕਰਦੇ ਹਨ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕਰਕੇ ਉਹ ਨਿਕਲ ਗਏ, ਜੋਗੀ ਬਣ ਗਏ, ਸਿੱਧ ਬਣ ਗਏ। ਅਸੂਲ ਹੁੰਦਾ ਸੀ ਜਿਹੜਾ ਸੰਨਿਆਸੀ ਹੋ ਜਾਂਦਾ ਤੇ 12 ਸਾਲ ਘਰ ਵਿੱਚ ਨਹੀਂ ਵੜ ਸਕਦਾ, ਕਿਸੇ ਘਰ 'ਚ ਨਹੀਂ ਜਾ ਸਕਦਾ, 12 ਸਾਲ ਸੰਨਿਆਸੀ ਰਹਿਣਾ ਉਹਨੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਹਾਨੂੰ ਕੀ ਖਬਰ ਹੈ, ਤੁਹਾਨੂੰ ਤਾਂ ਆਪਣਾ ਮਤਲਬ ਚਾਹੀ, ਤੁਸੀਂ ਮਸਤ ਰਹੋ, ਨਸ਼ੇ ਕਰੋ, ਭੰਗ ਪੀਓ, ਅਫੀਮਾ ਖਾਓ, ਤੁਹਾਨੂੰ ਕੀ ਹੈ, ਤੁਸੀਂ ਕਿਉਂ ਪੁੱਛਦੇ ਹੋ। ਉਹ ਕਹਿੰਦੇ ਜੀ ਸਾਨੂੰ ਬੜਾ ਚਿਰ ਹੋ ਗਿਆ ਆਇਆ ਨੂੰ, 100-100 ਸਾਲ, 2-2 ਸਾਲ, 500-500 ਸਾਲ ਸਿੱਧਾਂ ਦੀ ਉਮਰ ਸਵਾਸ ਉੱਪਰ ਚੜਾ ਲੈਣੀ, ਉਮਰ ਵੱਧ ਜਾਣੀ। ਕਈਆਂ ਦੇ ਨੈਣ ਲੰਬੇ ਲੰਬੇ ਹੋਏ, ਕਈਆਂ ਦੀ ਜਟਾਵਾਂ ਵੱਡੀਆਂ ਵੱਡੀਆਂ ਹੋਈਆਂ, ਅੱਖਾਂ ਦੇ ਭਰਵੱਟੇ ਵੱਡੇ ਵੱਡੇ ਹੋਏ। ਮਹਾਰਾਜ ਕਹਿੰਦੇ ਤੁਹਾਨੂੰ ਕੀ ਹੈ। ਮਹਾਰਾਜ ਉਹਨਾਂ ਨੂੰ ਝਾੜਦਿਆਂ ਹੋਇਆ ਕਹਿੰਦੇ ਤੁਹਾਨੂੰ ਕੀ ਹੈ, ਤੁਸੀਂ ਕਿਹੜਾ ਮਨੁੱਖ ਹੋ, ਤੁਹਾਡੀ ਜ਼ਿੰਮੇਵਾਰੀ ਥੋੜੀ ਬਣਦੀ ਹੈ, ਜੋ ਹੁੰਦਾ ਹੋ ਹੀ ਜਾਣਦੇ ਹੋ। ਤੁਸੀਂ ਘਰ-ਬਾਰ ਛੱਡ ਕੇ ਆਏ ਹੋ, ਆਪਣੇ ਬੱਚਿਆਂ ਨੂੰ ਛੱਡ ਕੇ ਆਏ ਹੋ, ਹੁਣ ਤੁਸੀਂ ਪੁੱਛਦੇ ਹੋ ਕਿ ਦੁਨੀਆ ਵਿੱਚ ਕੀ ਵਰਤਦਾ ਪਿਆ। ਮਾਤ ਲੋਕ ਵਿੱਚ ਕਿਆ ਵਰਤਾਰਾ। ਬੜੀਆਂ ਵਿਚਾਰਾਂ ਹੋਈਆਂ। ਮਹਾਰਾਜ ਕਹਿੰਦੇ ਇੱਕ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਘਰਾਂ 'ਚ ਨਹੀਂ ਜਾਂਦੇ, ਇੱਕ ਤਾਂ ਤੁਸੀਂ ਕਹਿੰਦੇ ਅਸੀਂ ਸੰਨਿਆਸੀ ਹੋ ਗਏ, 12 ਸਾਲ ਘਰਾਂ ਦਾ ਮੂੰਹ ਨਹੀਂ ਦੇਖਣਾ, ਗ੍ਰਸਤੀਆਂ ਦਾ ਮੂੰਹ ਨਹੀਂ ਦੇਖਣਾ। ਫਿਰ ਜਦੋਂ ਭੁੱਖ ਲੱਗਦੀ ਹੈ ਫਿਰ ਕਿੱਥੋਂ ਜਾ ਕੇ ਮੰਗਦੇ ਹੋ, ਕਿੱਥੋਂ ਜਾ ਕੇ ਫਿਰ ਆਪਣਾ ਠੂਠਾ ਅੱਗੇ ਕਰਦੇ ਹੋ। ਕਹਿੰਦੇ ਗ੍ਰਸਤੀਆਂ ਦੇ ਘਰੋਂ ਜਾ ਕੇ। ਕਹਿੰਦੇ ਉਹ ਗ੍ਰਸਤੀਆਂ ਤੇ ਫਿਰ ਕਿਉਂ ਮੰਗਦੇ ਹੋ। ਇੱਕ ਤਾਂ ਤੁਸੀਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਦੇਖਣਾ ਹੀ ਮਾੜਾ ਹੈ, ਫਿਰ ਉਹਨਾਂ ਦੇ ਘਰੋਂ ਜਾ ਕੇ ਮੰਗਦੇ ਹੋ, ਇਹ ਤੁਹਾਡੀ ਗੱਲ ਮਾੜੀ ਹੈ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਆਖੋ ਸਤਨਾਮ। ਜਿਹੜੇ ਬਹੁਤ ਲੰਬੀ ਵਿਚਾਰ ਗੋਸ਼ਟੀ ਹੋਈ ਨਾ, ਮਹਾਰਾਜ ਨੇ ਉਹਨਾਂ ਨੂੰ ਨਿਰੁੱਤਰ ਕਰ ਦਿੱਤਾ ਸਾਰੇ ਪਾਸਿਆਂ ਤੋਂ, ਸਾਰੇ ਜਵਾਬ ਦਿੱਤੇ ਮਹਾਰਾਜ ਨੇ। ਸਿੱਧ ਗੋਸ਼ਟ ਦੀ ਬਾਣੀ ਪੜ੍ਹੀ ਹੈ ਨਾ, ਤੇ ਮਹਾਰਾਜ ਨੇ ਬਾਣੀ ਜਿਹੜੀ ਲਿਖੀ ਹੈ ਉਹਦੇ ਵਿੱਚ ਇੱਕ ਵੀ ਸਵਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਹੀਂ ਕੀਤਾ, ਜਵਾਬ ਹੀ ਦਿੱਤੇ ਹੈ। ਸਵਾਲ ਉਹ ਕਰਦਾ ਜਿਹੜਾ ਖਾਲੀ ਹੁੰਦਾ, ਸਵਾਲੀ ਖਾਲੀ। ਮਹਾਰਾਜ ਤੇਰੇ ਦਰ ਤੇ ਸਵਾਲੀ ਆਏ ਆ, ਭਾਵ ਕਿ ਖਾਲੀ ਆਏ ਆ, ਸਾਡੀਆਂ ਝੋਲੀਆਂ ਭਰ। ਸਵਾਲੀ ਦਾ ਅਰਥ ਹੈ ਖਾਲੀ। ਖਾਲੀ ਬੰਦਾ ਜ਼ਿਆਦਾ ਸਵਾਲ ਕਰਦਾ ਹੈ, ਤੇ ਜਿਹੜਾ ਭਰਿਆ ਹੁੰਦਾ ਉਹਨੂੰ ਕੋਈ ਲੋੜ ਨਹੀਂ ਹੁੰਦੀ ਕਿਸੇ ਸਵਾਲ ਕਰਨ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਤੇ ਵੀ ਜਾ ਕੇ ਸਵਾਲ ਨਹੀਂ ਕੀਤਾ, ਜਵਾਬ ਦਿੱਤੇ। ਸਭ ਸਿੱਧੀ ਇਹ ਬੁੱਝਿਆ, ਜਾਣ ਲਿਆ ਸਿੱਧਾ ਨੇ ਕਿ ਕਲ ਤਾਰਨ ਨਾਨਕ ਅਵਤਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਭਲੇ ਵਾਸਤੇ ਆਏ ਹਨ। ਉਹਨਾਂ ਨੇ ਜੈ ਜੈਕਾਰ ਕੀਤੀ। ਕਹਿੰਦੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਨਾਨਕ ਤੇਰੀ ਵੱਡੀ ਕਮਾਈ ਹੈ, ਤੂੰ ਤਾਂ ਆਪਣਾ ਪਰਿਵਾਰ ਛੱਡਿਆ ਤੇ ਤੂੰ ਤਾਂ ਆਪਣਾ ਕਾਰੋਬਾਰ ਵੀ ਛੱਡਿਆ। ਮਹਾਰਾਜ ਨੇ ਮੋਦੀ ਖਾਨੇ ਦੀ ਕਾਰ ਕੀਤੀ, ਬਹੁਤ ਵੱਡਾ ਅਹੁਦਾ ਸੀ ਉਸ ਵੇਲੇ ਮੋਦੀ ਦਾ। ਜਿਵੇਂ ਪੰਜਾਬ ਦਾ ਕੋਈ ਵਿੱਤ ਮੰਤਰੀ ਬਣ ਜਾਵੇ, ਖਜ਼ਾਨਾ ਮੰਤਰੀ ਬਣ ਜਾਵੇ ਨਾ, ਐਡਾ ਵੱਡਾ ਅਹੁਦਾ ਸੀ। ਤੇ ਐਡੇ ਵੱਡੇ ਅਹੁਦੇ ਤੇ ਬੈਠਣ ਵਾਸਤੇ ਪੜ੍ਹਾਈ ਵਧੀਆ ਚਾਹੀਦੀ ਹੈ। ਤੇ ਮਹਾਰਾਜ ਨੇ 10 ਸਾਲ ਦੀ ਪੜ੍ਹਾਈ ਕੀਤੀ, 10 ਸਾਲ ਪੜ੍ਹੇ, ਪੜ੍ਹਾਈ ਤੇ ਲਾਏ ਮਹਾਰਾਜ 10 ਸਾਲ। ਆਪਾਂ ਕਹਿੰਦੇ ਨੇ ਪੜ੍ਹਦੇ ਸੁਣਦੇ ਆ ਪੁਰਾਣੀਆਂ, ਕਿ ਮਹਾਰਾਜ ਨੂੰ ਪਾਂਧੇ ਕੋਲ ਪੜ੍ਹਾਉਣ ਵਾਸਤੇ ਭੇਜਿਆ ਤੇ ਪਾਂਧੇ ਨੂੰ ਪੜ੍ਹਾ ਕੇ ਆ ਗਏ। ਕਾਜੀ ਦੇ ਕੋਲ ਪੜ੍ਹਨੇ ਭੇਜਿਆ ਤੇ ਕਾਜੀ ਨੂੰ ਪੜ੍ਹਾ ਕੇ ਆ ਗਏ। ਤੇ ਮਹਾਰਾਜ ਕਹਿੰਦੇ ਕਿ ਬੇਸ਼ੱਕ ਕਾਜੀ ਨੇ ਮੈਨੂੰ ਪੜ੍ਹਾਇਆ, ਪਰ ਮੈਂ ਕਾਜੀ ਨੂੰ ਉਹ ਸਬਕ ਸਿਖਾਇਆ ਜਿਹੜਾ ਕਾਜੀ ਨੇ ਕਦੇ ਪੜ੍ਹਨਾ ਨਹੀਂ ਸੀ। ਪਾਂਧੇ ਨੂੰ ਉਹ ਸਬਕ ਸਿਖਾਇਆ। ਕਹਿੰਦੇ ਇੱਕ ਦਾ ਮਤਲਬ ਕੀ ਹੈ। ਪਾਂਧਾ ਕਹਿੰਦਾ, ਗੋਪਾਲ ਦਾਸ ਕਹਿੰਦਾ ਜੀ ਇੱਕ ਦਾ ਮਤਲਬ ਕੁਝ ਵੀ ਨਹੀਂ। ਇੱਕ ਤੋਂ ਬਾਅਦ 2 ਹੁੰਦਾ, 2 ਤੋਂ ਬਾਅਦ 3। ਜੇ ਇੱਕ ਦੇ ਨਾਲ 2 ਜ਼ੀਰੋਆਂ ਲਾ ਦਿਓ 100 ਬਣ ਜਾਂਦਾ, ਜ਼ੀਰੋ ਵਧਾਈ ਜਾਓ ਤੇ ਰਕਮ ਵੱਧਦੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਏਕੇ ਨੂੰ ਵਰਤਣਾ ਸਿਰਫ ਰਕਮ ਵਾਸਤੇ, ਪੈਸੇ ਵਾਸਤੇ, ਇੱਕ ਨੂੰ ਵਰਤਣਾ ਉਸ ਨਿਰੰਕਾਰ ਦੇ ਨਾਲ ਜੁੜਨ ਵਾਸਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਇੱਕ ਓੰਕਾਰ ਦੇ ਫਿਰ ਅਰਥ ਕੀਤੇ ਮਹਾਰਾਜ ਕਹਿੰਦੇ। ਸਤਿਗੁਰ ਕਹਿੰਦੇ ਊੜੇ ਦਾ ਅਰਥ ਕੀ ਹੈ। ਉਹ ਕਹਿੰਦਾ ਪੜੋ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ। ਤੇ ਮਹਾਰਾਜ ਕਹਿੰਦੇ ਊੜੇ ਦਾ ਮਤਲਬ ਕੀ ਹੈ, ਸਾਨੂੰ ਮਤਲਬ ਨਾਲ ਸਮਝਾਓ। ਮੈਨੂੰ ਯਾਦ ਹੈ ਅੱਜ ਤੋਂ ਕਈ ਸਾਲ ਪਹਿਲਾਂ ਮੇਰੇ ਤੋਂ ਕੁਝ ਵਿਦਿਆਰਥੀਆਂ ਨੇ ਸੰਥਿਆ ਕੀਤੀ। ਕਈ ਵਿਦਿਆਰਥੀ ਤਾਂ ਜਿੱਦਾਂ ਪੜ੍ਹਾਈ ਉੱਦਾਂ ਪੜ੍ਹ ਕੇ ਚਲੇ ਜਾਂਦੇ। ਇੱਕ ਸਿੰਘ ਸੀ, ਉਹਨੇ ਕਹਿਣਾ ਭਾਜੀ ਮੈਨੂੰ ਨਾਲ ਅਰਥ ਜੂ ਸਮਝਾਇਆ ਕਰੋ। ਆਖੋ ਸਤਨਾਮ। ਬੜੀ ਦਿਲ ਲਾ ਕੇ ਉਹਨੇ ਸੰਥਿਆ ਕੀਤੀ।
ਅਰਥਾਂ ਸਮੇਤ, ਜਿਹੜੇ ਔਖੇ ਅਰਥ ਹੁੰਦੇ ਸਮਝਾਇਆ ਉਸ ਨੂੰ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਰਥਾਂ ਦੇ ਨਾਲ ਮੈਨੂੰ ਪੜ੍ਹਾਉਣਾ ਸਿਖਾਓ, ਊੜੇ ਦਾ ਮਤਲਬ ਕੀ ਹੈ। ਤੇ ਪਾਂਧਾ ਜੀ ਕਹਿੰਦੇ ਊੜੇ ਦਾ ਮਤਲਬ ਕਿਸੇ ਦਾ ਨਾਮ ਲਿਖਣਾ, ਕਿਸੇ ਦਾ ਸ਼ਹਿਰ ਦਾ ਨਾਮ ਲਿਖਣਾ, ਇਸ ਕਰਕੇ ਹੁੰਦਾ ਹੈ। ਮਹਾਰਾਜ ਕਹਿੰਦੇ ਨਹੀਂ, ਇਹਦਾ ਮਤਲਬ ਹੈ ਊੜਾ ਉਸਤਤ ਤਾਂ ਕੀ ਕਰੀਏ, ਜਾਂ ਕਾ ਅੰਤ ਨਾ ਪਾਰੋ, ਆਖੋ ਸਤਨਾਮ ਸ੍ਰੀ। ਜਿਹਦਾ ਅੰਤ ਪਾਰਾਵਾਰ ਨਹੀਂ, ਉਹਦੀ ਉਸਤਤ ਕਰਨੀ ਚਾਹੀਦੀ ਹੈ, ਊੜੇ ਦੇ ਨਾਲ ਜੁੜਿਆ। ਮਹਾਰਾਜ ਨੇ 35 ਅੱਖਰੀ ਲਿਖੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ 35 ਅੱਖਰੀ ਲਿਖੀ ਹੈ, ਬਾਬਾ ਕਬੀਰ ਜੀ ਵੀ ਲਿਖੀ ਹੈ 35 ਅੱਖਰੀ। ਅੱਖਰਾਂ ਦੇ ਅਰਥ ਸਮਝਾਏ। ਦੁਨੀਆ ਕਹਿ ਦਿੰਦੀ ਕਿ ਅੜਾੜਾ ਖਾਲੀ, ਤੇ ਮਹਾਰਾਜ ਕਹਿੰਦੇ ਅੜਾੜ ਮਿਟੈ ਸੰਗ ਸਾਧੂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਅੰਦਰ ਦੀ ਜਿਹੜੀ ਰੜਕ ਹੈ ਨਾ, ਆਪਾਂ ਰੜਕ ਰੱਖਦੇ ਹਾਂ ਹਰੇਕ ਬੰਦੇ ਦੇ ਨਾਲ। ਮਹਾਰਾਜ ਕਹਿੰਦੇ ਜਿਹੜੇ ਅੰਦਰ ਰੜਕ ਪਈ ਹੈ ਨਾ ਹਰੇਕ ਬੰਦੇ ਦੀ, ਇਹ ਬੰਦਾ ਮੈਨੂੰ ਰੜਕਦਾ ਬੜਾ ਹੈ, ਇਹ ਬੰਦੇ ਨੂੰ ਦੇਖਣਾ ਕਿਤੇ। ਰੜਕ ਕਹਿੰਦੇ ਨਾ, ਮਹਾਰਾਜ ਕਹਿੰਦੇ ਸੰਗਤ ਵਿੱਚ ਆ ਜਾ, ਗੁਰੂ ਦੀ ਹਜ਼ੂਰੀ ਵਿੱਚ ਆ ਜਾ, ਸਾਰੀਆਂ ਰੜਕਾਂ ਮੁੱਕ ਜਾਣਗੀਆਂ ਤੇਰੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੜਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ 2 ਸਾਲ ਪਾਂਧੇ ਦੇ ਕੋਲ ਰਹਿ ਕੇ ਇੱਕ ਬੜੀ ਹੈਰਾਨੀ ਵਾਲੀ ਭਾਸ਼ਾ ਸੀ, ਜਿਹਨੂੰ ਕਹਿੰਦੇ ਸੀ ਲੰਡੇ ਮੁਹਾਰਨੀ। ਉਹਦੇ ਵਿੱਚ ਮੁਹਾਰਨੀ ਪੜ੍ਹਾਈ ਜਾਂਦੀ, ਕੱਕਾ ਮੁਕਤਾ ਕ, ਕੱਕੇ ਕਰਨਾ ਕਾ, ਕੱਕੇ ਸਹਿਰੀ ਕੇ, ਕੱਕੇ ਬਿਹਾਰੀ ਕੀ, ਇਹ ਮੁਹਾਰਨੀ ਹੁੰਦੀ ਹੈ। ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਪਤਾ ਹੈ। ਫਿਰ ਗਿਣਤੀ 1 2 3 4, ਫਿਰ ਪਹਾੜੇ 1 ਦੂਣੀ ਦੂਣੀ 2 ਦੂਣੀ 4। ਫਿਰ ਮਹਾਜਨਾਂ ਦੀ ਭਾਸ਼ਾ ਸਿੱਖੀ ਮਹਾਰਾਜ ਨੇ, ਮੁਨੀਮਾਂ ਦੀ ਭਾਸ਼ਾ ਜਿਹੜੀ ਹੁੰਦੀ ਹੈ ਮਹਾਜਨਾਂ ਦੀ, ਉਹ ਹੁੰਦੀ ਸੀ ਜੇ ਕਿਸੇ ਦਾ ਨਾਮ ਲਿਖਣਾ ਹੈ, ਜਿਹਦਾ ਸਤਨਾਮ ਲਿਖਣਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਸੱਸਾ ਤੱਤਾ ਨੰਨਾ ਮੰਮਾ, ਇਹਦੇ ਵਿੱਚ ਸਿਹਾਰੀ ਨਹੀਂ ਪਾਣੀ ਨਾ ਕਰਨਾ ਪਾਣਾ। ਇਹ ਜਿਹੜੀ ਭਾਸ਼ਾ ਹੁੰਦੀ ਸੀ ਇਹਨੂੰ ਲੰਡੇ ਮੁਹਾਰਨੀ ਕਿਹਾ ਜਾਂਦਾ ਸੀ। ਮੁਨੀਮਾਂ ਦੀ ਭਾਸ਼ਾ ਹੁੰਦੀ ਸੀ। ਕਿਸੇ ਦੀ ਹੁੰਡੀ ਲਿਖਣੀ ਹੈ, ਕਿਸੇ ਦੀ ਵਹੀ ਖਾਤਾ ਲਿਖਣਾ ਹੈ, ਉਹ ਅੱਖਰ ਜੋੜ ਜੋੜ ਕੇ ਲਿਖ ਦਿੰਦੇ, ਉਹ ਆਪ ਹੀ ਉਹਨਾਂ ਨੂੰ ਪੜ੍ਹਨੀ ਆਉਂਦੀ ਹੈ। ਜਿਵੇਂ ਕੋਈ ਡਾਕਟਰ ਦਵਾਈ ਲਿਖਦਾ ਹੈ ਨਾ, ਪਹਿਲਾ ਅੱਖਰ ਪੜ੍ਹਿਆ ਜਾਂਦਾ 7 ਅੱਗੇ ਨਹੀਂ ਪੜ੍ਹ ਹੁੰਦਾ। ਜਾ ਕੇ ਮੈਡੀਕਲ ਸਟੋਰ ਨੂੰ ਦੇ ਦਿਓ, ਕਹਿੰਦਾ ਅੱਛਾ ਜੀ ਕਿੰਨੀ ਕਿੰਨੀ ਦੇਵਾਂ, ਉਹ ਪੜ੍ਹ ਲੈਂਦਾ, ਸਾਨੂੰ ਨਹੀਂ ਪੜ੍ਹਨੀ ਆਉਂਦੀ। ਇਹ ਉਹਨਾਂ ਦੀ ਭਾਸ਼ਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਮੁਹਾਰਨੀ ਸਿੱਖੀ, ਉਹ ਅੰਦਰ ਗਿਆਨ ਪ੍ਰਾਪਤ ਕੀਤਾ। ਰਹੇ ਕਿੱਥੇ 2 ਸਾਲ ਪਾਂਧੇ ਦੇ ਕੋਲ ਰਹਿ ਕੇ ਪੜ੍ਹੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਵਰਗੇ ਕਹਿ ਦਿੰਦੇ ਮਹਾਰਾਜ ਪੜ੍ਹੇ ਨਹੀਂ, ਉਹ ਪੜ੍ਹਾ ਕੇ ਆ ਗਏ। ਮਹਾਰਾਜ ਨੇ ਪੜ੍ਹਿਆ ਵੀ ਤੇ ਪੜ੍ਹਾਇਆ ਵੀ, ਉਸ ਨੂੰ ਸਿੱਖਿਆ ਦਿੱਤੀ। ਸਾਂਝ ਕਰੀਜੈ ਗੁਣ ਕੇਰੀ, ਛੋੜ ਅਵਗੁਣ ਚੱਲੀ ਹੈ। ਫਿਰ 4 ਸਾਲ ਮਹਾਰਾਜ ਨੇ ਕਾਜੀ ਦੇ ਕੋਲ, ਮਾਫ ਕਰਨਾ, ਪਹਿਲਾਂ ਬ੍ਰਿਜ ਦਾਸ ਪੰਡਤ ਦੇ ਕੋਲ ਰਹਿ ਕਰਕੇ ਸੰਸਕ੍ਰਿਤੀ ਸਿੱਖੀ 4 ਸਾਲ, ਉਹ 6 ਸਾਲ ਹੋ ਗਏ। ਫਿਰ 4 ਸਾਲ ਫਾਰਸੀ ਸਿੱਖੀ ਕਾਜੀ ਰੁਕਨਦੀਨ ਕੋਲ, ਕਾਜੀ ਕੁਤਬਦੀਨ, ਮਾਫ ਕਰਨਾ, ਕੁਤਬਦੀਨ ਦੇ ਕੋਲ ਰਹਿ ਕਰਕੇ 4 ਸਾਲ ਇਹ ਹੋ ਗਏ। 10 ਸਾਲ ਦੀ ਪੜ੍ਹਾਈ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ, ਰਾਏ ਬਲਾਰ ਜੀ ਮੇਰੇ ਪੁੱਤਰ ਨੂੰ ਕਿਤੇ ਨੌਕਰੀ ਲਵਾਓ, ਬੜਾ ਪੜ੍ਹ ਲਿਖ ਕੇ, ਇੰਨਾ ਪੜ੍ਹਿਆ ਲਿਖਿਆ, ਇਹ ਨੌਕਰੀ ਕਿੱਥੇ ਕਰੂਗਾ, ਨੌਕਰੀ ਨਹੀਂ ਮਿਲਦੀ। ਤੇ ਉਹਨਾਂ ਨੂੰ ਨੌਕਰੀ ਮਿਲੀ ਮੋਦੀ ਦੀ। ਸਭ ਤੋਂ ਵੱਡਾ ਮੋਦੀ, ਸਭ ਤੋਂ ਵੱਡਾ ਮੈਨੇਜਰ ਲੱਗ ਗਿਆ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਰਾ ਕਾਰ ਵਿਆਹ ਸੰਭਿਆ। ਤੇ ਇਹ ਛੱਡ ਕਰਕੇ ਜਦੋਂ ਇਹ ਕੰਮ ਕੀਤਾ ਕਿ ਮੈਂ ਤਾਂ ਦੁਨੀਆ ਦਾ ਭਲਾ ਕਰਨਾ, ਮੈਂ ਨੌਕਰੀ ਕੀ ਕਰਨੀ ਹੈ, ਤੇ ਇਹ ਸੁਣ ਕੇ ਸਿੱਧ ਕਹਿਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਆਖੋ ਧੰਨ ਨਾਨਕ ਤੇਰੀ ਵੱਡੀ। ਬਾਬੇ ਆਖਿਆ ਨਾਥ ਜੀ, ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਨਾਥ ਜੀ ਇਹ ਨਾਥੋ, ਇਸ ਜੋਗੀਓ, ਸੱਚ ਚੰਦਰਮਾ, ਸੱਚ ਰੂਪੀ ਚੰਦਰਮਾ ਜਿਹੜਾ ਹੈ ਨਾ, ਉਹਨੂੰ ਗ੍ਰਹਿਣ ਲੱਗ ਗਿਆ, ਉਹ ਕਿਤੇ ਲੋਕੇ ਗਿਆ ਜਾ ਕੇ। ਸੱਚ ਚੰਦਰਮਾ, ਕੂੜ ਅੰਧਾਰਾ, ਸਾਰੇ ਪਾਸੇ ਕੂੜ ਦਾ ਹਨੇਰਾ, ਭਾਵ ਕਿ ਝੂਠ ਦਾ ਪਸਾਰਾ ਹੋ ਗਿਆ। ਮੈਂ ਉਸ ਲੁਕੇ ਹੋਏ ਚੰਦਰਮਾ ਨੂੰ ਲੱਭਣ ਚੱਲਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹੋਂ, ਭਾਲਣ ਚੜਿਆ ਸੰਸਾਰਾ। ਕੂੜ ਦਾ ਜਿਹੜਾ ਸਾਰੇ ਪਾਸੇ ਮੱਸਿਆ ਛਾਈ ਹੈ, ਕੂੜ ਦੀ ਮੱਸਿਆ ਫੈਲੀ ਪਈ ਹੈ ਸਾਰੇ ਪਾਸੇ, ਤੇ ਸੱਚ ਰੂਪੀ ਚੰਦਰਮਾ ਨੂੰ ਲੱਭਣ ਵਾਸਤੇ ਮੈਂ ਸੰਸਾਰ ਤੇ ਚੜਿਆ, ਭਾਵ ਕਿ ਤੁਰਿਆ ਕਰੋ। ਸ਼ਾਇਦ ਤੁਹਾਡੇ ਕੋਲ ਸੱਚ ਲੱਭ ਜਾਵੇ। ਹੁਣ ਮਹਾਰਾਜ ਉਹਨਾਂ ਕੋਲ ਸੱਚ ਥੋੜ੍ਹੇ ਲੈਣ ਗਏ ਆ, ਸਿੱਧਾਂ ਨੂੰ ਸੁਮੇਰ ਪਰਬਤ ਤੇ ਜੋਗੀਆਂ ਨੂੰ ਕਹਿਣ ਗਏ ਆ ਕਿ ਥੱਲੇ ਉਤਰੋ, ਦੁਨੀਆ ਤੇ ਜਾ ਕੇ ਦੇਖੋ। ਜੇ ਤੁਸੀਂ ਉਹਨਾਂ ਦਾ ਪੱਲਾ ਪਕੜਨਾ ਸੀ ਦੁਨੀਆ ਦਾ, ਮਨੁੱਖਤਾ ਦਾ, ਤੇ ਤੁਸੀਂ ਇੱਥੇ ਲੁਕ ਛਿਪ ਕੇ ਬੈਠੋ ਕਿ ਸਾਨੂੰ ਕੀ, ਰਾਜੇ ਜੋ ਕਰਦੇ ਕਰੀ ਜਾਣ, ਧਰਮੀ ਲੋਕ ਜੋ ਕਰਦੇ ਕਰੀ ਜਾਣ, ਦੁਨੀਆ ਜੋ ਕਰਦੀ ਕਰੀ ਜਾਵੇ, ਸਾਨੂੰ ਨਹੀਂ ਕੀ ਮਤਲਬ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਪਾਪ ਗਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ।
ਸਾਰੀ ਧਰਤੀ ਨੂੰ, ਸਾਰੀ ਪ੍ਰithvi ਨੂੰ ਗਰਸਿਆ ਪਿਆ ਪਾਪਾਂ ਨੇ, ਪਾਪਾਂ ਦੇ ਸੰਗਲਾਂ ਨੇ ਪਕੜਿਆ ਪਿਆ। ਦੁਨਿਆਵੀ ਕਰਮ ਧਰਮਾਂ ਦੇ ਕਰਮ ਕਾਂਡਾਂ ਨੇ ਪਕੜਿਆ ਪਿਆ। ਤੁਸੀਂ ਇਹਨਾਂ ਨੂੰ ਕੱਢਣ ਵਾਸਤੇ ਤੁਸੀਂ ਪ੍ਰਚਾਰ ਕਰਨਾ ਸੀ ਤੇ ਤੁਸੀਂ ਤਾਂ ਮੁਖੀ ਬਣ ਕੇ ਲੋਕ ਛਿਪ ਕੇ ਬੈਠ ਕੇ ਇੰਨੀਆਂ ਉਮਰਾਂ ਤੁਹਾਡੀਆਂ, ਤੇ ਇਹਦਾ ਫਾਇਦਾ ਕੀ ਹੈ? ਵੱਡੀ ਆਰਜਾ ਫਿਰ ਜਨਮੇ ਹਰਸਿਉ ਸੰਗ ਨਾ ਗਹਿਆ। ਜੇ ਹਰੀ ਦਾ ਸੰਗ ਨਹੀਂ ਮਿਲਿਆ, ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ ਮਿਲੀ, ਲੰਬੀ ਉਮਰ ਦਾ ਫਾਇਦਾ ਕੀ ਹੈ? ਪਾਪ ਗਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਮਹਾਰਾਜ ਕਹਿੰਦੇ, ਉਹਨਾਂ ਨੇ ਸਵਾਲ ਕੀਤਾ ਮਹਾਰਾਜ ਨੇ, ਕਹਿੰਦੇ ਦੱਸੋ ਭਲਾ ਧਰਤੀ ਕਿੱਥੇ ਖੜੀ ਹੈ? ਉਹ ਕਹਿਣ ਲੱਗੀ ਧਰਤੀ ਖੜੀ ਹੈ ਜੀ ਇੱਕ ਧੌਲੇ ਬਲਦ ਦੇ ਸਿੰਘਾਂ ਦੇ ਉੱਪਰ। ਸਤਿਗੁਰੂ ਕਹਿੰਦੇ ਠੀਕ ਹੈ, ਮੰਨਦੇ ਆ, ਧੌਲਾ ਬਲਦ ਤੁਸੀਂ ਦੇਖਿਆ? ਕਹਿੰਦੇ ਦੇਖਿਆ ਤਾਂ ਨਹੀਂ, ਸੁਣਿਆ ਹੈ ਕਿ ਧੌਲੇ ਬਲਦ ਦੇ ਸਿੰਘਾਂ ਦੇ ਉੱਪਰ ਹੈ। ਮਹਾਰਾਜ ਕਹਿੰਦੇ ਫਿਰ ਧੌਲਾ ਬਲਦ ਕਿੱਥੇ ਖੜਾ ਹੈ? ਕਹਿੰਦੇ ਜੀ ਇੱਕ ਧਰਤੀ ਥੱਲੇ ਹੋਰ ਹੈ। ਕਹਿੰਦੇ ਉਹ ਧਰਤੀ ਕਿਹਨੇ ਚੱਕੀ ਹੈ? ਕਹਿੰਦੇ ਧੌਲੇ ਬਲਦ ਨੇ। ਇੱਕ ਹੋਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤਾਂ ਗੱਲ ਤਾਂ ਮੁੱਕਣੀ ਨਹੀਂ, ਕਿੰਨੀਆਂ ਕੁ ਧਰਤੀਆਂ ਗਣਾਓਗੇ ਤੁਸੀਂ? ਮੈਂ ਦੱਸਦਾ ਤੁਹਾਨੂੰ ਕਿਹੜਾ ਧੌਲਾ ਬਲਦ ਹੈ ਤੇ ਕਿਵੇਂ ਖੜਾ ਹੈ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੌਲ ਭਾਵ ਕਿ ਧਰਮ, ਧਰਮ ਦੇ ਸਿਰ ਦੇ, ਧਰਮ ਦੇ ਆਸਰੇ ਇਹ ਧਰਤੀ ਖੜੀ ਹੈ, ਨਹੀਂ ਤਾਂ ਕਦੋਂ ਦੀ ਗਰਕ ਹੋ ਜਾਣੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੌਲ ਧਰਮ, ਕਹਿੰਦੇ ਧਰਮ ਕਿੱਥੋਂ ਪੈਦਾ ਹੁੰਦਾ ਹੈ? ਜੇ ਰਾਜਿਆਂ ਦੇ, ਹਕੂਮਤਾਂ ਵਾਲਿਆਂ ਦੇ, ਹਾਕਮਾਂ ਦੇ ਮਨ ਵਿੱਚ ਦਇਆ ਹੈ ਤਾਂ ਉਹ ਤਾਂ ਧਰਮੀ ਰਾਜਾ ਹੈ। ਜੇ ਉਹ ਦਇਆ ਨਹੀਂ ਉਹਦੇ ਅੰਦਰ ਤੇ ਉਹ ਧਰਮੀ ਨਹੀਂ ਕਹਾ ਸਕਦਾ। ਮੁਸਲਮਾਨ, ਹਿੰਦੂ ਹੈ ਜਾਂ ਕੋਈ ਹੋਰ ਹੈ, ਜੇ ਅੰਦਰ ਇੱਕ ਦੂਜੇ ਦੇ ਪ੍ਰਤੀ ਦਇਆ ਹੈ ਤਾਂ ਸਮਝੋ ਧਰਮੀ ਹੈ। ਜੇ ਇੱਕ ਦੂਜੇ ਨੂੰ ਦੇਖ ਕੇ ਨਹੀਂ ਸੁਖਾਂਦੇ, ਸਮਝੋ ਧਰਮੀ ਨਹੀਂ। ਇਹ ਤਾਂ ਇੱਕ ਦੂਜੇ ਨੂੰ ਮਾਰਨ ਵਾਸਤੇ ਕਸਾਈ ਪੈਦਾ ਹੋਏ। ਧੌਲ ਧਰਮ ਦਇਆ ਕਾ ਪੂਤ। ਇਹ ਧਰਮ ਪੈਦਾ ਹੁੰਦਾ ਦਇਆ ਦੇ ਵਿੱਚੋਂ, ਦਇਆ ਦੇ ਕੁੱਖੋਂ ਹੀ ਪੈਦਾ ਹੁੰਦਾ ਹੈ। ਸੰਤੋਖ ਥਾਪ ਰੱਖਿਆ ਜਨਸੂਤ। ਸੰਤੋਖ ਇਸ ਧਰਮ ਦਾ ਪਿਤਾ ਹੈ। ਜਿਹਦੇ ਅੰਦਰ ਸੰਤੋਖ ਤੇ ਦਇਆ ਹੈ ਨਾ, ਉਹ ਅਸਲੀ ਧਰਮੀ ਹੈ। ਬੜੇ ਹੈਰਾਨ ਹੋਏ। ਫਿਰ ਆਖਣ ਲੱਗੇ ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਆਖੋ ਧੰਨ ਨਾਨਕ ਤੇਰੀ ਵੱਡੀ ਕਮਾਈ। ਪਾਪ ਗਰਾਸੀ ਪ੍ਰithvi ਧੌਲ ਖੜਾ ਧਰ ਹੇਠ ਪੁਕਾਰਾ। ਕਹਿੰਦੇ ਧਰਮ ਬੜਾ ਦੁਖੀ ਹੈ। ਹਰੇਕ ਧਰਮ, ਕਿਹੜਾ ਧਰਮ? ਮਨੁੱਖਤਾ ਦਾ ਧਰਮ। ਮਨੁੱਖਤਾ ਬੜੀ ਦੁਖੀ ਹੈ। ਸਿੱਧ ਛਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰ। ਕਹਿੰਦੇ ਤੁਸੀਂ ਤਾਂ ਇੱਥੇ ਛਪ ਕੇ ਬੈਠੇ, ਲੁਕ ਛਿਪ ਕੇ ਬੈਠੇ, ਜੰਗਲਾਂ ਵਿੱਚ, ਪਹਾੜਾਂ ਵਿੱਚ, ਕੰਧਰਾਂ ਵਿੱਚ, ਗੁਫਾਵਾਂ ਵਿੱਚ, ਤੇ ਜਗਤਰ ਨੂੰ, ਜਗਤ ਦੀ ਕੌਣ ਸਾਰ ਲਵੇਗਾ? ਇਸ ਕਰਕੇ ਇਹ ਬੀੜਾ ਮੈਂ ਚੁੱਕਿਆ ਹੈ, ਇਹ ਜ਼ਿੰਮੇਵਾਰੀ ਮੈਂ ਲੈ ਕੇ ਆ ਧਰਤਰਗਾਹੋਂ ਅਕਾਲ ਪੁਰਖ ਤੋਂ। ਕਹਿੰਦੇ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ? ਤੇ ਮਹਾਰਾਜ ਕਹਿੰਦੇ ਗੁਰਬਾਣੀ ਓਟ ਬਿਨਾ ਦੂਜੀ, ਗੁਰ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਦੀ ਸੰਗਤ ਤੋਂ ਬਿਨਾ ਤੇ ਗੁਰੂ ਦੀ ਬਾਣੀ ਤੋਂ ਬਿਨਾ, ਗੁਰੂ ਦੇ ਸ਼ਬਦ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਤਾਕਤ ਨਹੀਂ। ਮੈਂ ਗੁਰੂ ਦਾ ਸ਼ਬਦ ਲੈ ਕੇ ਆਇਆ। ਸ਼ਬਦ ਦੱਸਿਆ ਕਿਹੜਾ ਹੈ? ਸ਼ਬਦ ਦੱਸਿਆ ਮਹਾਰਾਜ ਨੇ। ਫਿਰ ਉਹਨਾਂ ਨੂੰ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸ਼ਬਦ ਦੀ ਸੋਝੀ ਦਿੱਤੀ। ਕਹਿੰਦੇ ਮੇਰੇ ਕੋਲ ਤਾਂ ਇਹ ਤਾਕਤ ਹੈ। ਇਸ ਤਾਕਤ ਦੇ ਨਾਲ ਮੈਂ ਦੁਨੀਆ ਦਾ ਭਲਾ ਕਰਨ ਚੱਲਿਆ। ਜੇ ਤੁਸੀਂ ਮੇਰੇ ਨਾਲ ਚੱਲਣਾ ਤੇ ਚਲੋ, ਕਰੋਗੇ ਨਾਲ ਮੇਰਾ ਸਾਥ? ਕੋਈ ਨਾਲ ਨਹੀਂ ਤੁਰਿਆ। ਕਹਿੰਦੇ ਅਸੀਂ ਤਾਂ ਹੁਣ ਜੋ ਕਰਨਾ ਅਸੀਂ ਕਰ ਗਏ, ਅਸੀਂ ਘਰ ਵੀ ਨਹੀਂ ਜਾ ਸਕਦੇ। ਮਹਾਰਾਜ ਕਹਿੰਦੇ ਮੈਂ ਕਿਹੜਾ ਤੁਹਾਨੂੰ ਘਰ ਲਿਜਾਣਾ ਹੈ? ਦੁਨੀਆ ਦਾ ਭਲਾ ਕਰਨ ਵਾਸਤੇ ਚੱਲਣਾ, ਚਲੋਗੇ? ਕਹਿੰਦੇ ਨਹੀਂ ਅਸੀਂ ਨਹੀਂ ਜਾ ਸਕਦੇ। ਬਾਬਾ ਨਾਨਕ ਤੂੰ ਹੀ ਕਰ ਸਕਦਾ ਹੈ। ਇਹ ਤੇਰੇ ਜਿਹੜੀ ਜ਼ਿੰਮੇਵਾਰੀ ਤੂੰ ਚੱਕੀ ਹੈ, ਇਹ ਤੂੰ ਹੀ ਕਰ ਸਕਦਾ। ਸਿੱਧ ਛਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਭੇਖ ਬਣਾਇਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਤਾਂ ਇੱਥੇ ਬੈਠੇ ਹੋ, ਪਰ ਜਿਹੜੇ ਲੋਕਾਂ ਵਿੱਚ ਵਿਚਰਦੇ ਆ, ਘਰਾਂ ਵਿੱਚ ਰਹਿੰਦੇ ਆ, ਭਾਵ ਕਿ ਦੁਨੀਆ ਤੇ ਰਹਿੰਦੇ ਜੋਗੀ, ਉਹ ਕੀ ਕਰਦੇ ਆ? ਜੋਗੀ ਗਿਆਨ ਵੀ ਹੋਣੇ ਆ, ਨਿਸ ਦਿਨ ਅੰਗ ਲਾਏ ਛਾਰਾ। ਹਰ ਰੋਜ਼ ਕਹਿੰਦੇ ਅਸੀਂ ਇਸ਼ਨਾਨ ਕਰਦੇ। ਕਾਹਦੇ ਨਾਲ? ਪਾਣੀ ਦੇ ਨਾਲ ਨਹੀਂ, ਸੁੱਕੀ ਸਵਾਹ ਦੇ ਨਾਲ ਇਸ਼ਨਾਨ ਕਰਦੇ ਆ। ਆਖੋ ਸਤਨਾਮ ਸ੍ਰੀ। ਸਵਾਹ ਮਾਰ ਲੈਂਦੇ। ਤੇ ਉਹ ਜੋਗੀ ਕਹਿਣ ਲੱਗੇ, ਕਿਸੇ ਨੇ ਸਵਾਲ ਕੀਤਾ, ਸਿੱਧ ਨੇ ਸਵਾਲ ਕੀਤਾ, ਮਹਾਰਾਜ ਉਹ ਤਾਂ ਮਰਿਆਦਾ ਹੈ ਸਾਡੀ ਜੋਗੀਆਂ ਦੀ। ਅਸੀਂ ਤਾਂ ਇੰਜ ਕਰਦੇ ਆ ਕਿ ਹਰ ਰੋਜ਼ ਪਾਣੀ ਦੇ ਨਾਲ ਇਸ਼ਨਾਨ ਨਹੀਂ ਕਰਨਾ। ਅਸੀਂ ਸਮਝਿਆ ਕਿ ਸਾਡਾ ਸਰੀਰ ਮਿੱਟੀ ਹੈ, ਸਵਾਹ ਇੱਕ ਦਿਨ ਹੋ ਜਾਣਾ,
ਅਸੀਂ ਹਰ ਰੋਜ਼ ਸੁਆਹ ਦੇ ਨਾਲ ਮਲ ਲੈਂਦੇ ਇਹਨੂੰ, ਇਹਦੇ ਉੱਪਰ ਸੁਆਹ ਮਲ ਲਈਦੀ ਹੈ। ਮਹਾਰਾਜ ਕਹਿੰਦੇ ਉਹ ਤਾਂ ਕੰਮ ਇਹ ਹੋਇਆ ਕਿ ਜਿਵੇਂ ਰਾਤ ਨੂੰ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਬੀਬੀਆਂ ਰੱਖ ਦਿੰਦੀਆਂ, ਸਵੇਰ ਨੂੰ ਫਿਰ ਚੁੱਲ੍ਹਾ ਤਪਾਉਣਾ ਹੁੰਦਾ ਤੇ ਉੱਤੇ ਸੁਆਹ ਪਾਈ ਹੁੰਦੀ ਹੈ, ਸੁਆਹ ਪਰੇ ਹਟਾ ਕੇ ਫੂਕ ਮਾਰੋ ਤੇ ਵਿੱਚੋਂ ਅੱਗ ਨਿਕਲ ਆਉਂਦੀ ਹੈ। ਕਹਿੰਦੇ ਅੰਦਰ ਜਿਹੜੀ ਹੈ ਅੱਗ ਉਹ ਤਾਂ ਬੁਝੀ ਨਹੀਂ, ਉੱਪਰੋਂ ਸੁਆਹ ਮਲਣ ਦਾ ਕੀ ਫਾਇਦਾ। ਆਖੋ ਸਤਨਾਮ। ਬੜੇ ਹੈਰਾਨ ਹੋਏ ਸਵਾਲ ਸੁਣ ਕੇ। ਮਹਾਰਾਜ ਸੱਚ ਹੈ, ਪਰ ਅੰਦਰ ਦਾ ਕ੍ਰੋਧ ਕਦੇ ਨਾਸ ਨਹੀਂ ਹੁੰਦਾ, ਅੰਦਰ ਦੀ ਤ੍ਰਿਸ਼ਨਾ ਕਦੇ ਨਾਸ ਨਹੀਂ ਹੁੰਦੀ, ਆਪਾਂ ਉੱਪਰੋਂ ਸੁਆਹ ਮਲਦੇ ਹਾਂ। ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏ ਨੇ ਇਸ਼ਾਰਾ, ਬਾਜ ਗੁਰੂ ਡੁੱਬਾ ਸੰਸਾਰਾ। ਸਾਰਾ ਸੰਸਾਰ ਗੁਰੂ ਤੋਂ ਬਾਜ, ਗੁਰੂ ਤੋਂ ਬਿਨਾਂ ਡੁੱਬਦਾ ਜਾ ਰਿਹਾ ਹੈ। ਜੋਗੀ ਹੈ ਸਿੱਧ ਨਾਥੋ, ਤੁਸੀਂ ਦੁਨੀਆ ਦੀ ਸਾਹ ਲੈਣੀ ਸੀ ਪਰ ਤੁਸੀਂ ਲੁਕ ਗਏ। ਮੈਂ ਇਸ ਕਰਕੇ ਇੱਕ ਭੇਖ ਬਣਾਇਆ ਹੈ, ਇਸ ਕਰਕੇ ਮੈਂ ਪਰਿਵਾਰ ਨੂੰ ਛੱਡਿਆ, ਇਸ ਕਰਕੇ ਪਰਿਵਾਰ ਤੋਂ ਦੂਰ ਹੋਇਆ। ਮੈਂ ਦੁਨੀਆ ਦੇ ਭਲੇ ਵਾਸਤੇ ਚੜਿਆ ਸੋਧਣ ਧਰਤ ਲੁਕਾਈ। ਆਓ ਅਗਲਾ ਸ਼ਬਦ ਸਰਵਣ ਕਰੀਏ, ਸਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਪੂਜਾ ਆਸਣ ਥਾਪਣ ਸੋਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਛਪੇ ਅੰਧੇਰ ਪਲੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੰਘ ਬੁਕੇ ਮਿਰਗਾਵਲੀ ਪੰਨੀ, ਸਿੰਘ ਬੁਕੇ ਮਿਰਗਾਵਲੀ ਪੰਨੀ। ਜਾਏ ਨਾ ਤੀਰਥ ਰੋਆ, ਪੰਨੀ ਜਾਏ ਨਾ ਤੀਰਥ ਰੋਆ। ਜਿੱਥੇ ਬਾਬਾ ਪੈਰ ਧਰੇ, ਥਾਪਣ ਸੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ।
ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਸਿਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋ ਹੋਵੇ ਕੀਰਤਨ ਸਦਾ ਵਿਸੋ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਨੌਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ 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 ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਵਾਹਿਗੁਰੂ ਜੀ ਜਿੱਥੇ ਜਿੱਥੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨ ਪਾਏ ਰਹਿੰਦੀ ਦੁਨੀਆ ਤੱਕ ਉੱਥੇ ਨਾਮ ਦੀਆਂ ਝੜੀਆਂ ਨਾਮ ਦੀ ਖੁਸ਼ਬੂ ਉੱਥੇ ਲੱਗਦੀ ਰਹੇਗੀ ਨਾਮ ਦੀਆਂ ਸ਼ਹਿਬਰਾਂ ਕੀਰਤਨ ਦੀਆਂ ਸ਼ਹਿਬਰਾਂ ਲੱਗਦੀਆਂ ਰਹਿਣਗੀਆਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ ਇੱਕ ਵਿਚਾਰ ਆਪਾਂ ਇਸ ਗੁਰੂ ਘਰ ਦੀ ਨਵੀਂ ਬਿਲਡਿੰਗ ਬਣੀ ਇਹਦੀ ਖੁਸ਼ੀ ਵਿੱਚ ਆਪਾਂ ਸਾਂਝੀ ਕਰਨੀ ਹੈ ਹਿੰਦੂ ਧਰਮ ਦੇ ਵਿੱਚ ਅਨੇਕਾਂ ਮੰਦਿਰ ਹਨ ਮੁਸਲਮਾਨ ਧਰਮ ਦੇ ਵਿੱਚ ਅਨੇਕਾਂ ਮਸੀਤਾਂ ਅਨੇਕਾਂ ਉਹਨਾਂ ਦੇ ਸਥਾਨ ਹਨ ਉਹਨਾਂ ਦੇ ਆਪਣੇ ਸਤਿਕਾਰਯੋਗ ਹੈ ਸਿੱਖ ਧਰਮ ਦੇ ਵਿੱਚ ਸਿੱਖੀ ਦਾ ਗੁਰੂ ਘਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਪਰ ਸਿੱਖ ਦੇ ਵਿੱਚ ਸਿੱਖ ਦੇ ਮਨ ਵਿੱਚ ਸਤਿਕਾਰ ਨਹੀਂ ਹੈ ਸਿੱਖ ਦੇ ਮਨ ਵਿੱਚ ਉਨੀ ਸ਼ਰਧਾ ਭਾਵਨਾ ਉਹਦੇ ਹੈ ਕਿ ਅੰਦਰ ਕੌਣ ਹੈ ਜੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਫਿਰ ਸਿੱਖ ਉਸ ਨੂੰ ਮੱਥਾ ਨਹੀਂ ਟੇਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਗੁਰੂ ਘਰ ਸ਼ੋਭਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਜੱਦੀ ਪਿੰਡ ਹੈ ਆਪਾਂ ਜਾਣਦੇ ਹਾਂ ਕਿ ਨਨਕਾਣਾ ਸਾਹਿਬ ਆਪਾਂ ਕਹਿੰਦੇ ਹਾਂ ਨਨਕਾਣਾ ਸਾਹਿਬ ਤਾਂ ਧੰਨ ਬਾਬਾ ਕਲਿਆਣ ਦਾਸ ਜੀ ਨੌਕਰੀ ਕਰਨ ਵਾਸਤੇ ਰਾਏ ਬਲਾਰ ਦੀ ਨੌਕਰੀ ਰਾਏ ਬਲਾਰ ਦੇ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਦਾ ਪਿਛੋਕੜ ਦਾ ਪਿੰਡ ਹੈ ਤਰਨ ਤਾਰਨ ਦੇ ਕੋਲ ਪਿੰਡ ਦਾ ਨਾਮ ਹੈ ਪੱਠੇ ਪਿੰਡ ਹੈ ਉਧਰ ਦੇ ਪਿੰਡਾਂ ਦੇ ਨਾਮ ਇਦਾਂ ਦੇ ਚਾਟੀ ਪਿੰਡ ਸੁਲਤਾਨ ਪਿੰਡ ਪੱਠੇ ਪਿੰਡ ਗੰਢੀ ਪਿੰਡ ਇਦਾਂ ਦੇ ਪਿੰਡਾਂ ਦੇ ਨਾਮ ਪੱਠੇ ਪਿੰਡ ਇਹਨਾਂ ਦੇ ਪਿੰਡ ਦੇ ਕੋਲ ਜਾਮਾ ਰਾਏ ਰਾਜਪੂਤਾਂ ਦਾ ਪਿੰਡ ਹੈ ਖੱਤਰੀਆਂ ਦਾ ਪਿੰਡ ਹੈ ਪੱਠੇ ਪਿੰਡ ਬੇਦੀਆਂ ਦਾ ਪਿੰਡ ਹੈ ਜਾਮਾ ਰਾਏ ਬਲਾਰ ਦੇ ਵੱਡੇ ਵਡੇਰਿਆਂ ਦਾ ਪਿੰਡ ਹੈ ਕਿਹਾ ਜਾਂਦਾ ਜਾਮਾ ਰਾਏ ਬਲਾਰ ਦਾ ਪਿਤਾ ਸੀ ਤੇ ਉਹਨੂੰ ਜਗੀਰ ਮਿਲੀ ਸੀ ਰਾਏ ਭੋਇੰ ਦੀ ਤਲਵੰਡੀ ਜਿਹੜੀ ਤਲਵੰਡੀ ਸੀ ਉਸ ਨੂੰ ਜਗੀਰ ਵਿੱਚ ਮਿਲਿਆ ਸੀ ਤੇ ਉਹਨੂੰ ਸਾਂਭਣ ਵਾਸਤੇ ਰਾਏ ਬਲਾਰ ਉੱਥੇ ਚਲਾ ਗਿਆ ਤੇ ਨਾਲ ਮਹਿਤਾ ਕਾਲੂ ਜੀ ਵੀ ਨਾਲ ਲੈ ਗਿਆ ਨਾਲ ਤੂੰ ਮੇਰਾ ਮੈਨੇਜਰ ਹੈ ਮੇਰਾ ਪਟਵਾਰੀ ਬਣ ਕੇ ਨਾਲ ਚਲੇ ਗਏ ਸਾਰੇ ਪਰਿਵਾਰ ਸਮੇਤ ਚਲੇ ਗਏ ਜਿਹੜੇ ਬਿਜ਼ਨਸ ਵਾਲੇ ਲੋਕ ਸਨ ਚਲੇ ਗਏ ਪੜ੍ਹੇ ਲਿਖੇ ਲੋਕ ਚਲੇ ਗਏ ਪਰ ਜਿਹੜੇ ਖੇਤੀਬਾੜੀ ਵਾਲੇ ਸਨ ਉੱਥੇ ਰਹਿ ਗਏ ਛੋਟੀ ਜਿਹੀ ਵਿਚਾਰ ਆਪਾਂ ਸਾਂਝੀ ਕਰਕੇ ਅੱਗੇ ਸਮਾਪਤੀ ਵੱਲ ਵਧੀਏ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹਨ ਤੇ ਮਨ ਬੜਾ ਵਿਆਕੁਲ ਹੈ ਕਿਉਂ ਬਾਬੇ ਡਿੱਠੀ ਪ੍ਰਥਮੀ ਜਲਤੀ ਸਭ ਪ੍ਰਥਮੀ ਦਿਸਿਆਈ
ਬਾਬਾ ਦੇਖਿਆ ਧਿਆਨ ਕਰ, ਬੜਾ ਧਿਆਨ ਧਾਰਦੇ ਕਿ ਲੋਕੀ ਮਨੁੱਖਤਾ ਬੜੀ ਦੁਖੀ ਹੈ, ਇਹਨਾਂ ਨੂੰ ਆਪਾਂ ਰੱਬ ਦੇ ਨਾਲ ਜੋੜੀਏ, ਪ੍ਰਮਾਤਮਾ ਦੇ ਨਾਲ ਜੋੜੀਏ। ਤੇ ਮਹਾਰਾਜ ਨੇ ਭੇਖ ਬਣਾਇਆ। ਭੇਖ ਤਾਂ ਬਣਾਇਆ ਕਿ ਉਸ ਵੇਲੇ ਦੋ ਬੰਦਿਆਂ, ਦੋ ਤਰ੍ਹਾਂ ਦੇ ਲੋਕਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਸੀ ਕਿਸੇ ਵੀ ਦੇਸ਼ ਵਿੱਚ ਜਾਣ ਵਾਸਤੇ। ਇੱਕ ਸੀ ਵਣਜਾਰਾ, ਵਣਜ ਕਰਨ ਵਾਲਾ, ਤੇ ਇੱਕ ਸੀ ਕੋਈ ਸਾਧੂ ਫਕੀਰ। ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਸੀ, ਰੋਕ ਟੋਕ ਨਹੀਂ ਸੀ। ਕੋਈ ਵੀ ਰਾਜਾ, ਕੋਈ ਵਪਾਰੀ ਰੋਕਦਾ ਨਹੀਂ ਸੀ। ਤੇ ਉਹਨਾਂ ਦੀ ਰੱਖਿਆ ਕਰਦੇ ਸਨ ਉੱਥੋਂ ਦੇ ਰਾਜੇ, ਰਿਆਸਤ ਵਾਲੇ, ਕਿ ਵਪਾਰੀ ਹੈ, ਵਪਾਰ ਕਰਨ ਵਾਸਤੇ, ਤੇ ਟੈਕਸ ਲਓ ਤੇ ਇਹਦੀ ਰੱਖਿਆ ਕਰੋ। ਇਹਦੇ ਸਮਝਦੇ ਭੈਣ ਨਾਨਕੀ ਬੇਬੇ ਕਹਿੰਦੇ ਸਨ, ਬੇਬੇ ਬੇਬੇ ਮੈਨੂੰ 5 ਰੁਪਏ ਚਾਹੀਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੋਦੀ ਖਾਨੇ ਦਾ ਮੇਨ ਮੁਖੀ ਹੈ, ਸਭ ਤੋਂ ਵੱਡਾ ਮੋਦੀ ਹੈ, ਮੈਨੇਜਰ ਹੈ ਮੋਦੀ ਖਾਨੇ ਦਾ, ਤੇ ਜੇਬ ਵਿੱਚ ਇੱਕ ਪੈਸਾ ਨਹੀਂ ਤਾਂ ਜੇਬਾਂ ਭਰ ਲੈਂਦੇ ਲੋਕੀ ਨੌਕਰੀ ਛੱਡਣ ਤੋਂ ਪਹਿਲਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਕੀ ਜੇਬਾਂ ਭਰ ਲੈਂਦੇ, ਪਰ ਬਾਬਾ ਨਾਨਕ ਕਹਿੰਦਾ ਭੈਣ ਮੈਨੂੰ 5 ਰੁਪਏ ਚਾਹੀਦੇ ਆ। ਦੋ ਜਹਾਨ ਦਾ ਵਾਲੀ, ਕੁੱਲ ਦੁਨੀਆ ਦਾ, ਕਾਇਨਾਤ ਦਾ ਮਾਲਕ, ਭੈਣ ਮੈਨੂੰ 5 ਰੁਪਏ ਚਾਹੀਦੇ। ਕਹਿੰਦੇ ਕੀ ਕਰਨੇ ਆ? ਜੇ ਤਾਂ ਹੋਰ ਕੋਈ ਹੁੰਦਾ ਕਹਿੰਦੇ ਕੀ ਕਰਨੇ ਤੂੰ ਪੈਸੇ ਉਜਾੜਦਾ ਨਾ, ਪਹਿਲਾਂ ਬਾਪੂ ਦੇ 20 ਰੁਪਏ ਉਜਾੜ ਦਿੱਤੇ, ਅੱਜ ਤੂੰ ਇਹ ਫੇਰ 5 ਰੁਪਏ ਮੰਗਦਾ। ਨਹੀਂ ਪੁੱਛਿਆ ਨਹੀਂ ਭੈਣ ਨੇ। ਭੈਣ ਨਾਨਕੀ ਨੂੰ ਚਾਹ ਚੜ ਗਿਆ, ਕਹਿਣ ਲੱਗੇ ਵੀਰਾ ਕੀ ਚਾਹੀਦਾ ਤੈਨੂੰ? 5 ਰੁਪਏ ਹੋਰ ਲੈ ਲੈ, ਕੱਪੜੇ ਲੈਣੇ ਆ, ਕੋਈ ਖਾਣਾ ਪੀਣਾ, ਕਿਤੇ ਜਾਣਾ, ਦੱਸ। ਕਹਿੰਦਾ ਜੀ ਮੈਨੂੰ ਰਵਾਬ ਚਾਹੀਦੀ, ਮੈਂ ਰਵਾਬ ਵਾਸਤੇ 5 ਰੁਪਏ ਲੈਣੇ ਆ। ਮੇਰਾ ਮਰਦਾਨਾ ਸਾਥੀ ਹੈ, ਇਹਨੂੰ ਰਵਾਬ ਚਾਹੀਦੀ ਹੈ। ਤੇ ਰਵਾਬ ਮੰਗਾਈ 5 ਰੁਪਏ ਦੀ, ਮਲਸੀਆਂ ਨਗਰ ਤੋਂ ਭਾਈ ਭਗੀਰਥ ਬਣਾਉਂਦਾ ਸੀ, ਰਵਾਬ ਲਿਆਂਦੀ। ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਚੱਲੀਏ ਆਪਾਂ ਕਿਸੇ ਪਾਸੇ। ਤੇ ਭਾਈ ਮਰਦਾਨੇ ਨੇ ਸੋਚਿਆ ਕਿ ਸ਼ਾਇਦ ਕਿਤੇ ਨੇੜੇ ਤੇੜੇ ਪਿੰਡਾਂ ਵਿੱਚ ਘੁੰਮਣਾ ਹੋਣਾ, ਚੱਲਦੇ ਆ ਕਿਤੇ ਯਾਤਰਾ ਤੇ, ਤੀਰਥ ਇਸ਼ਨਾਨ ਕਰਨ ਚੱਲਦੇ ਆ, ਜਾਂ ਕੋਈ ਕਿਸੇ ਧਾਰਮਿਕ ਮੰਦਿਰਾਂ ਵਿੱਚ ਦਰਸ਼ਨ ਕਰਨ ਜਾਣਾ ਹੋਣਾ। ਬਾਬੇ ਨਾਨਕ ਨੇ ਚੱਲਦੇ ਬਾਬਾ ਜੀ ਚਲੋ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੇ ਜੇ ਜਾਣਾ ਹੈ ਨਾ, ਤੇ ਇਹ ਨਹੀਂ ਪਤਾ ਕਦੋਂ ਮੁੜ ਕੇ ਆਉਣਾ, ਬੜਾ ਲੰਬਾ ਸਫ਼ਰ ਸਾਡਾ, ਮਹਾਰਾਜ ਕਿੱਧਰ ਨੂੰ ਜਾਣਾ ਕੋਈ ਪਤਾ ਨਹੀਂ, ਕੋਈ ਦਿਸ਼ਾ ਨਹੀਂ, ਕੋਈ ਦਸ਼ਾ ਨਹੀਂ, ਤੇ ਕੋਈ ਦੱਸਿਆ ਨਹੀਂ ਕਿ ਕਿਸ ਕੰਮ ਵਾਸਤੇ ਜਾਣਾ। ਤੇ ਮਹਾਰਾਜ ਮਰਦਾਨਾ ਕਹਿਣ ਲੱਗਾ ਮਹਾਰਾਜ ਚੱਲਾਂਗੇ ਜ਼ਰੂਰ। ਤੇ ਮਹਾਰਾਜ ਕਹਿੰਦੇ ਮੇਰੇ ਨਾਲ ਇੱਕ ਵਾਅਦਾ ਕਰ। ਵਾਅਦਾ ਕਰਨਾ ਪਵੇਗਾ ਜੇ ਤੂੰ ਜਿਹੜੀਆਂ ਮੁਸਲਮਾਨ ਧਰਮ ਦੇ ਅਨੁਸਾਰ ਮੁੱਛਾਂ ਕਟਾਉਂਦਾ ਹੈ ਨਾ, ਕੇਸ ਕਤਲ ਕਰਨਾ ਹੈ, ਇਹ ਨਹੀਂ ਕਰਾਉਣੇ। ਮਨਜ਼ੂਰ ਹੈ? ਕਹਿੰਦਾ ਜੀ ਮਨਜ਼ੂਰ ਹੈ, ਨਹੀਂ ਕਟਾਵਾਂਗਾ। ਦੂਸਰਾ ਮਹਾਰਾਜ ਨੇ ਉਹਨੂੰ ਸ਼ਰਤ ਰੱਖੀ ਕਿ ਜੇ ਅੱਜ ਤੋਂ ਬਾਅਦ ਤੂੰ ਕੋਈ ਨਸ਼ਾ ਨਹੀਂ ਕਰਨਾ, ਕਿਉਂਕਿ ਪੁਰਾਣਾ ਨਸ਼ਾ ਸੀ, ਬਜ਼ੁਰਗਾਂ ਦੀ ਜੇਬ 'ਚ ਡੱਬੀ ਹੁੰਦੀ ਸੀ ਜਿਹਨੂੰ ਨਸਵਾਰ ਕਿਹਾ ਜਾਂਦਾ ਸੀ। ਨਸਵਾਰ ਕਹਿੰਦੇ ਨਸ਼ਾ ਨਹੀਂ ਕਰਨਾ। ਕਹਿੰਦਾ ਜੀ 7 ਬਚਨ ਮਹਾਰਾਜ ਸੁੱਟ ਦਿੱਤੀ ਡੱਬੀ। 2 ਸ਼ਰਤਾਂ ਮੰਨ ਕਰਕੇ ਮਹਾਰਾਜ ਕਹਿੰਦੇ ਇੱਕ ਤੀਜੀ ਸ਼ਰਤ ਮੇਰੀ ਇਹ ਹੈ ਕਿ ਅੱਜ ਤੋਂ ਬਾਅਦ ਤੂੰ ਘਰਾਂ ਵਿੱਚ ਵਧਾਈਆਂ ਨਹੀਂ ਮੰਗਣੀਆਂ, ਕਿਉਂਕਿ ਮਰਾਸੀ ਡੂਮ ਭੰਡ ਘਰਾਂ ਵਿੱਚ ਵਧਾਈਆਂ ਮੰਗਦੇ। ਮਹਾਰਾਜ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਮੇਰਾ ਪਰਿਵਾਰ ਕਿਵੇਂ ਪਲੇਗਾ? ਤੇ ਸਤਿਗੁਰੂ ਕਹਿਣ ਲੱਗੇ ਉਹ ਪਰਿਪੂਰਨ ਪਰਮਾਤਮਾ ਪਰਮੇਸ਼ਰ ਹੈ। ਜੇ ਸਾਡੇ ਵਰਗਾ ਹੁੰਦਾ ਨਾ ਬਾਬਾ, ਕੋਈ ਕਹਿਣਾ ਮੈਂ ਜੋ ਬੈਠਾ ਤੇਰੇ ਨਾਲ, ਆਖੋ ਸਤਨਾਮ। ਸਾਡੇ ਵਰਗਾ ਬਾਬਾ ਹੁੰਦਾ ਕਹਿੰਦਾ ਮੈਂ ਜੋ ਬੈਠਾ, ਤੂੰ ਕਾਹਦੀ ਫਿਕਰ ਕਰਦਾ? ਪਰ ਬਾਬੇ ਨਾਨਕ ਦੇ ਅੰਦਰ ਨੌ ਨਿਤ ਨਾਮ ਗਰੀਬੀ ਪਾਈ, ਸਾਰੀ ਗਰੀਬੀ ਦਰਗਾਹ ਦੀ ਧੰਨ ਗੁਰੂ ਨਾਨਕ ਮਹਾਰਾਜ ਦੇ ਪੱਲੇ ਹੈ। ਆਪ ਨਹੀਂ ਕਿਹਾ ਕਿ ਮੈਂ ਤੈਨੂੰ ਦਵਾਂਗਾ, ਕਹਿੰਦੇ ਉਹ ਪਰਮੇਸ਼ਰ ਦੇਣ ਵਾਲਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਨੂੰ ਨਹੀਂ ਭੁਲਾਣਾ ਤੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ। ਬਸ ਨਿਰੰਕਾਰ ਜੋ ਦਿੰਦਾ, ਭੁੱਖੇ ਰਹਿਣਾ ਪਵੇ, ਪਰ ਕਿਸੇ ਕੋ ਮੰਗ ਕੇ ਨਹੀਂ ਖਾਣਾ, ਨਾ ਕਿਸੇ ਤੋਂ ਚੋਰੀ ਕਰਨੀ, ਲੁੱਟ ਕੇ ਨਹੀਂ ਖਾਣਾ। ਭਾਈ ਮਰਦਾਨਾ ਸਮਰਪਿਤ ਹੋ ਗਿਆ। ਆਪਾਂ ਵੀ ਸਮਰਪਿਤ ਹੋਈਏ ਬਾਬੇ ਨਾਨਕ ਨੂੰ। ਏਦਾਂ ਨਸ਼ੇ ਛੱਡੀਏ, ਕੇਸ ਕਤਲ ਕਰਨਾ ਛੱਡੀਏ, ਤੇ ਇੱਕ ਨਿਰੰਕਾਰ ਦੀ ਓਟ ਰਹੀਏ, ਕਿਸੇ ਤੋਂ ਥਾਂ ਤੋਂ ਮੰਗਣਾ ਛੱਡ ਦੇਈਏ ਆਪਾਂ ਵੀ। ਆਖੋ ਸਤਨਾਮ। ਬਾਬੇ ਨਾਨਕ ਨੂੰ ਸਮਰਪਿਤ ਹੋਇਆ ਤੇ ਭਾਈ ਮਰਦਾਨਾ, ਤੇ ਭਾਈ ਮਰਦਾਨੇ ਨੇ 45 ਸਾਲ ਕੀਰਤਨ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਹਿ ਕੇ ਰਬਾਬ ਵਜਾਈ। ਤੇ ਬਾਬੇ ਨਾਨਕ ਨੇ ਵੀ ਉਹਦਾ ਕਦੇ ਪੱਲਾ ਨਹੀਂ ਛੱਡਿਆ। ਜਿੱਧਰ ਵੀ ਕਿਤੇ ਔਂਕੜ ਪੈਂਦੀ ਸੀ, ਕਿਤੇ ਮੁਸ਼ਕਲ ਪੈਂਦੀ, ਬਾਬੇ ਨਾਨਕ ਨੇ ਭਾਈ ਮਰਦਾਨੇ ਦੀ ਬਾਉੜੀ ਕੀਤੀ, ਬਚਾਇਆ। ਕਹਿ ਦਿੱਤਾ ਕਿ ਮਰਦਾਨਿਆਂ ਤੂੰ ਅੱਜ ਤੋਂ ਬਾਅਦ ਮਰਦਾ ਨਹੀਂ। ਜਿਹੜਾ ਗੁਰੂ ਨਾਨਕ ਨੂੰ ਸਮਰਪਿਤ ਹੋ ਜਾਂਦਾ ਹੈ ਨਾ, ਉਹ ਮਰਦਾ ਨਾ। ਆਖੋ ਸਤਨਾਮ। ਉਹ ਨਹੀਂ ਕਦੇ ਮਰ ਸਕਦਾ, ਕੋਈ ਦੁਨੀਆ ਦੀ ਤਾਕਤ ਉਸ ਨੂੰ ਮਾਰ ਨਹੀਂ ਸਕਦੀ। ਇੱਕ ਛੋਟੀ ਜੀ ਸਾਖੀ ਸਾਹਮਣੇ ਆਈ ਹੈ। ਜਦੋਂ ਮਹਾਰਾਜ ਨੇ ਭੇਸ ਇਹ ਧਾਰਨ ਕੀਤਾ ਨਾ, ਕਿ ਕਾਰੋਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਸੁਲਤਾਨਪੁਰ ਲੋਧੀ ਤੋਂ ਜੇ ਆਪਾਂ ਜਾਈਏ ਮੇਨ ਰੋਡ 40 ਕਿਲੋਮੀਟਰ ਦੂਰੀ ਤੇ ਪੱਠੇ ਪਿੰਡ ਹੈ, ਜੱਦੀ ਪਿੰਡ, ਵਿੱਚ ਦਰਿਆ ਪੈਂਦਾ ਬਿਆਸ। ਉਦੋਂ ਬਿਆਸ ਦਰਿਆ ਦੇ ਵਿੱਚੋਂ ਜਾਂਦੇ ਹੋਣਗੇ ਬੇੜੀ ਰਸਤੇ, ਤੇ
ਤੇ ਬੇੜੀ ਰਸਤੇ ਜਾਈਏ ਤੇ 20 ਕਿਲੋਮੀਟਰ 15 ਕਿਲੋਮੀਟਰ ਪੈਂਦਾ ਸਾਰਾ। ਮਹਾਰਾਜ ਗਏ ਆਪਣੇ ਪਿੰਡ, ਤੇ ਜਿਹੜੇ ਬੇਦੀ ਕੋਲ ਦੇ ਲੋਕ ਸਨ ਜਾਣਦੇ ਸਨ ਕਿ ਬਾਬੇ ਨਾਨਕ ਨੇ ਸੰਨਿਆਸ ਧਾਰਨ ਕਰ ਲਿਆ। ਉਹ ਕਹਿਣ ਲੱਗੇ ਖੱਤਰੀਆਂ ਦੇ ਵਿੱਚ ਤਾਂ ਸਿਰਫ ਬਿਜ਼ਨਸ ਹੁੰਦਾ ਹੈ, ਵਪਾਰ ਹੁੰਦਾ ਹੈ, ਕਾਰੋਬਾਰ ਕੀਤਾ ਜਾਂਦਾ ਹੈ, ਸਾਡਾ ਕੰਮ ਨਹੀਂ ਸੰਨਿਆਸ ਧਾਰਨ ਕਰਨ, ਤਾਂ ਤੂੰ ਸਾਡੀ ਨੱਕ ਵੜਾ ਦਿੱਤੀ ਹੈ ਇਹ ਕੰਮ ਕਰਕੇ। ਆਖੋ ਸਤਨਾਮ ਸ੍ਰੀ। ਹਾਲਾਂਕਿ ਬਾਬੇ ਨਾਨਕ ਸੰਨਿਆਸ ਨਹੀਂ ਲਿਆ, ਬਸ ਲੋਕਾਂ ਦੀ ਭਲਾਈ ਵਾਸਤੇ, ਲੋਕਾਈ ਦੇ ਭਲਾਈ ਵਾਸਤੇ ਇਹ ਰੂਪ ਧਾਰਨ ਕੀਤਾ, ਸੰਨਿਆਸੀ ਨਹੀਂ ਬਣੇ। ਤੇ ਲੋਕੀ ਕਹਿਣ ਲੱਗੇ, ਕੁੱਲ ਦੇ ਜਿਹੜੇ ਲੋਕ ਸਨ, ਬੇਦੀ ਲੋਕ, ਖੱਤਰੀ ਲੋਕ, ਕਹਿਣ ਲੱਗੇ ਬਾਬਾ ਨਾਨਕ ਤੂੰ ਬੇਸ਼ੱਕ ਲੋਕਾਂ ਵਾਸਤੇ ਪੂਜਨੀਕ ਹੋਵੇਂਗਾ, ਸਾਡੀ ਤੂੰ ਨੱਕ ਵੜਾਈ ਹੈ, ਸਾਡੇ ਪਿੰਡ ਵਿੱਚ ਨਹੀਂ ਰਹਿ ਸਕਦਾ ਤੂੰ। ਸ਼ਾਮਾਂ ਪਈਆਂ ਸਨ, ਬੱਦਲਵਾਈ ਵੀ ਹੋਈ ਸੀ, ਤੇ ਬਿਆਸ ਦਰਿਆ ਦਾ ਕੰਢਾ, ਬੇੜ ਦਾ ਇਲਾਕਾ, ਸੁੰਨਮਸਾਨ, ਜੰਗਲ ਵੇਲੇ ਵੀ ਹਨ, ਉਥਲ ਪੁਥਲ ਰਸਤੇ। ਤੇ ਭਾਈ ਮਰਦਾਨੇ ਨੇ ਮਿੰਨਤਾਂ ਕੀਤੀਆਂ, ਭਾਈ ਏਦਾਂ ਨਾ ਕਰੋ, ਤੁਹਾਡਾ ਆਪਣਾ ਬੱਚਾ ਹੈ, ਤੁਹਾਡਾ ਆਪਣੇ ਪਰਿਵਾਰ ਦਾ, ਤੁਸੀਂ ਇੰਜ ਕਹਿੰਦੇ, ਲੋਕੀ ਤਾਂ 7 ਬੇਗਾਨੇ ਆਪਣੇ ਬਣ ਜਾਂਦੇ, ਤੁਸੀਂ ਤਾਂ ਆਪਣੇ ਹੋ। ਉਹ ਕਹਿ ਲੰਗੇ ਨਹੀਂ, ਅਸੀਂ ਨਹੀਂ ਰਹਿਣ ਦੇਣਾ। ਹਾਲਾਂਕਿ ਉਹਨਾਂ ਦੇ ਮਨ ਵਿੱਚ ਸੀ, ਜਿਹੜਾ ਘਰ ਛੱਡ ਕੇ ਗਏ ਮਹਿਤਾ ਕਾਲੂ ਹੁਣੀ, ਉਸ ਘਰ ਤੇ ਜਿਹਨੇ ਕਬਜ਼ਾ ਕੀਤਾ ਸੀ ਉਹਨੂੰ ਖਤਰਾ ਸੀ ਕਿ ਇਸ ਘਰ ਤੇ ਕਿਤੇ ਦੁਬਾਰਾ ਕਬਜ਼ਾ ਨਾ ਕਰਨ ਵਾਸਤੇ ਆਇਆ ਹੋਵੇ। ਆਖੋ ਸਤਨਾਮ ਸ੍ਰੀ। ਖਤਰਾ ਪੈ ਗਿਆ ਕਿ ਪਿੰਡ ਵਿੱਚ ਰਹਿਣ ਵਾਸਤੇ ਆ ਗਿਆ ਦੁਬਾਰਾ, ਆਪਣੇ ਪਿਤਾ ਦੀ ਜੱਦੀ ਪੁਸ਼ਤੀ ਜਿਹੜੀ ਜ਼ਮੀਨ ਆ ਮੰਗੇਗਾ ਹੁਣ, ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਉਹਨੂੰ ਖਤਰਾ ਪੈ ਗਿਆ। ਤੇ ਬਾਬਾ ਨਾਨਕ ਜੀ ਕਹਿਣ ਲੱਗੇ, ਭਾਈ ਅਸੀਂ ਇੱਥੇ ਪੱਕੇ ਰਹਿਣ ਵਾਸਤੇ ਨਹੀਂ ਆਏ, ਅਸੀਂ ਪੱਕਾ ਟਿਕਾਣਾ ਨਹੀਂ ਬਣਾਇਆ ਸੀ, ਤਾਂ ਬਹੁਤ ਦੂਰ ਜਾਣਾ, ਬਸ ਇੱਕ ਰਾਤ ਰਹਿਣਾ ਤੇ ਚਲੇ ਜਾਣਾ। ਉਹ ਕਹਿੰਦੇ ਮੰਨੇ ਨਹੀਂ। ਤੇ ਮਹਾਰਾਜ ਕਹਿੰਦੇ, ਭਾਈ ਪੱਕੇ ਤਾਂ ਤੁਸੀਂ ਵੀ ਨਹੀਂ ਇੱਥੇ ਰਹਿਣਾ, ਪੱਕਾ ਟਿਕਾਣਾ ਤਾਂ ਕਿਸੇ ਦਾ ਵੀ ਨਹੀਂ। ਮੁਕਾਮ ਕਰ ਕਰ ਬੈਸਣਾ, ਨਿਤ ਚੱਲਣਾ ਕੀ ਧੋਖ, ਸਾਰਿਆਂ ਨੇ ਚੱਲਣਾ, ਕਿਸੇ ਦਾ ਪੱਕਾ ਟਿਕਾਣਾ ਨਹੀਂ। ਤੁਸੀਂ ਵੀ ਚਲੇ ਜਾਣਾ ਸ਼ਹਿਰ ਛੱਡ ਕੇ, ਇਸ ਨਗਰ ਨੂੰ ਛੱਡ ਕੇ, ਮੈਂ ਵੀ ਚਲਾ ਗਿਆ, ਮੇਰੇ ਵੱਡੇ ਵਡੇਰੇ ਵੀ ਚਲੇ ਗਏ, ਤੇ ਆਉਣ ਵਾਲੀ ਪੀੜ੍ਹੀਆਂ ਵੀ ਚਲੀਆਂ ਜਾਣਗੀਆਂ। ਪਰ ਸਤਿਗੁਰੂ ਜੀ ਨੇ ਜਿਹੜਾ ਬੋਲ ਕੀਤਾ ਨਾ, ਬੋਲ ਪੁੱਗ ਗਿਆ, ਫਿਰ ਪੂਰਾ ਹੋ ਗਿਆ। ਹੌਲੀ ਹੌਲੀ ਸ਼ਹਿਰ ਦੇ ਪਿੰਡ ਦੇ ਲੋਕ ਜਿਹੜੇ ਸਨ ਉਹ ਨਗਰ ਨੂੰ ਛੱਡ ਕੇ ਜਾਣ ਲੱਗੇ। ਅੱਜ ਨਗਰ ਜਿਹੜਾ ਉਜੜ ਗਿਆ ਸਾਰਾ। ਆਖੋ ਸਤਨਾਮ ਸ੍ਰੀ। ਨਗਰ ਸਾਰੇ ਇਲਾਕੇ ਨਿਵਾਸੀ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਪਣੇ ਸਮੇਂ ਉੱਥੇ ਗਏ ਨਾ, ਸੰਗਤ ਨੂੰ ਦੱਸਿਆ, ਸਾਧ ਸੰਗਤ ਜੀ ਇਹ ਨਗਰ ਉਹ ਹੈ ਜਿਸ ਨਗਰ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਵਡੇਰੇ ਰਹਿੰਦੇ ਸਨ। ਜੱਦੀ ਪਿੰਡ ਹੈ ਮਹਾਰਾਜ ਦਾ, ਗੁਰੂ ਨਾਨਕ ਸਾਹਿਬ ਜੀ ਦਾ। ਸਾਰੀ ਸੰਗਤ ਸੁਣ ਕੇ ਹੈਰਾਨ, ਮਹਾਰਾਜ ਉਹ ਤਾਂ ਅਸੀਂ ਉਧਰ ਸੁਣਿਆ ਨਨਕਾਣੇ ਦੀ ਧਰਤੀ ਹੈ। ਨਹੀਂ ਮਹਾਰਾਜ ਕਹਿੰਦੇ ਇਹ ਜੱਦੀ ਪਿੰਡ ਹੈ ਮਹਾਰਾਜ ਦਾ। ਫਿਰ ਮਹਾਰਾਜ ਨੇ ਉੱਥੇ 5 ਇੱਟਾਂ ਰੱਖ ਕਰਕੇ 6ਵੇਂ ਪਾਤਸ਼ਾਹ ਨੇ ਉੱਥੇ ਇੱਕ ਧਰਮਸਾਲ ਬਣਾਈ। ਧਰਮਸਾਲ ਬਣਾ ਕੇ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਗੁਰਸਿੱਖ ਇੱਥੇ ਆਲੀਸ਼ਾਨ ਗੁਰਦੁਆਰਾ ਬਣਾਉਣਗੇ, ਜਿੱਥੇ ਕੀਰਤਨ ਦੀਆਂ, ਗੁਰਬਾਣੀ ਦੀਆਂ ਸ਼ਹਿਬਰਾਂ ਲੱਗਿਆ ਕਰਨਗੀਆਂ। ਆਖੋ ਸਤਨਾਮ ਸ੍ਰੀ। ਦੁਨੀਆ ਦੇ ਬਣਾਏ ਹੋਏ ਮਕਾਨ ਢਹਿ ਜਾਂਦੇ ਹਨ, ਸੜ ਜਾਂਦੇ ਹਨ। ਜੇ ਗੁਰੂ ਘਰ ਵੀ ਸੜ ਕੇ ਢਹਿ ਜਾਵੇ, ਢਹਿ ਕੇ ਸੜ ਜਾਵੇ, ਖੰਡਰ ਬਣ ਜਾਵੇ, ਤੇ ਗੁਰੂ ਨੇ ਆਪਣਾ ਘਰ ਆਪ ਬਣਾ ਲੈਣਾ। ਆਖੋ ਸਤਨਾਮ ਸ੍ਰੀ। ਗੁਰੂ ਦਾ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਬਣਾਇਆ, ਤੇ ਉਸ ਅਸਥਾਨ ਦਾ ਨਾਮ ਹੈ ਅੱਜ ਡੇਰਾ ਸਾਹਿਬ ਪੱਠੇ ਵਿੰਡ, ਬਾਬਾ ਮਹਿਤਾ ਕਾਲੂ ਜੀ ਦਾ ਘਰ। ਆਖੋ ਸਤਨਾਮ ਸ੍ਰੀ। ਅੱਜ ਗੁਰੂ ਨਾਨਕ ਸਾਹਿਬ ਜੀ ਦਾ ਨਵਾਂ ਘਰ ਬਣਿਆ, ਗੁਰੂ ਨਾਨਕ ਦਰਬਾਰ। ਇਸ ਦੀਆਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਸੁੰਦਰ ਦਰਬਾਰ ਬਣ ਗਿਆ। ਫਿਰ ਜੋ ਪਿੱਛੇ ਘਟਨਾ ਵਾਪਰੀ ਸੀ ਕਈ ਸਾਲ ਪਹਿਲਾਂ, ਉਹ ਸੁਣ ਕੇ, ਉਹ ਦੇਖ ਕੇ ਸਾਰੀ ਸੰਗਤ ਦਾ ਮਨ ਬੜਾ ਦੁਖੀ ਹੋਇਆ ਸੀ ਕਿ ਇਹ ਭਾਣਾ ਨਹੀਂ ਵਾਪਰਨਾ ਚਾਹੀਦਾ ਸੀ। ਨੌਜਵਾਨਾਂ ਨੇ, ਭਾਈ ਗੁਰਦੀਪ ਸਿੰਘ ਜੀ ਬੈਠੇ ਹਨ, ਉਹਨਾਂ ਨੇ ਜੋ ਪਿਛਲੇ ਪਾਸੇ ਘਰ ਹੈ, ਬੜੀ ਮੁਸ਼ੱਕਤ ਕਰਕੇ ਮਹਾਰਾਜ ਦੇ ਸਰੂਪਾਂ ਦੀ ਸੰਭਾਲ ਕੀਤੀ। ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਹੋਣ ਤੋਂ ਬਚਾਇਆ, ਬੇਅਦਬੀ ਹੋਣ ਤੋਂ ਬਚਾਇਆ, ਪਰ ਬਹੁਤ ਨੁਕਸਾਨ ਹੋ ਚੁੱਕਾ ਸੀ। ਫਿਰ ਵੀ ਸਤਿਗੁਰੂ ਜੀ ਨੇ ਨਵੀਂ ਇਮਾਰਤ ਫਿਰ ਦੁਬਾਰਾ ਬਣ ਗਈ ਗੁਰੂ ਸਿੱਖਾਂ ਦੇ ਸਹਿਯੋਗ ਦੇ ਨਾਲ। ਇਹਦੀਆਂ ਆਪ ਜੀ ਨੇ ਵਧਾਈਆਂ। ਗੁਰੂ ਸਾਹਿਬ ਦੇ ਪੁਰਬ ਦੀਆਂ ਵਧਾਈਆਂ। ਸਤਿਗੁਰੂ ਸਭਨਾਂ ਦੀਆਂ ਝੋਲੀਆਂ ਭਰਨ। ਦਾਸ ਨੂੰ ਕੋਈ ਵਿਦਵਤਾ ਨਹੀਂ ਆਉਂਦੀ, ਕੋਈ ਕਥਾ ਵਿਚਾਰ ਨਹੀਂ ਆਉਂਦੀ, ਬਸ ਜੋ ਪੜ੍ਹਿਆ, ਜੋ ਸੁਣਿਆ ਆਪ ਜੀ ਦੇ ਸਾਹਮਣੇ ਰੱਖ ਦੇਈਦਾ। ਕਿਉਂਕਿ ਤੁਸੀਂ ਸਾਨੂੰ ਸੱਦਦੇ ਬੜੀ ਦੂਰੋਂ, ਤੇ ਸਾਡਾ ਮਕਸਦ ਹੁੰਦਾ ਹੈ ਕਿ ਸੰਗਤ ਨੂੰ ਕੋਈ ਚੀਜ਼ ਦੱਸ ਕੇ ਆਈਏ, ਬਾਬੇ ਨਾਨਕ ਦੀ, ਗੁਰੂ ਸਾਹਿਬ ਦੀ ਗੱਲ ਸੁਣਾ ਕੇ ਆਈਏ, ਤੇ ਗੁਰੂ ਸਾਹਿਬ ਦੇ ਨਾਲ ਤੁਹਾਡਾ ਪਿਆਰ ਵੱਧ ਜਾਵੇ, ਗੁਰੂ ਸਾਹਿਬ ਦੀ ਸਿੱਖੀ ਦਾ ਤੁਹਾਡਾ ਪਿਆਰ ਪੈ ਜਾਵੇ। ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਇੱਕ ਸ਼ਬਦ ਪੜ੍ਹ ਕੇ ਉਪਰੰਤ ਖਿਮਾ ਦੇ ਜਾਚੇ। ਜਿੱਥੇ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਜਾਏ ਬਹੈ ਮੇਰਾ
ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ, ਜਿੱਥੇ ਜਾਏ ਬਹੈ ਮੇਰਾ ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਪਾਲਿਆ, ਲੈ ਤੂਰ ਮੁਖ ਲਾਵਾ। ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰਿ ਨਾਮ ਦੇ ਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰਿ ਪੂਜ ਕਰਾਵਾ। ਜਿੱਥੇ ਜਾਏ ਬਹੈ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ। ਵਾਹਿਗੁਰੂ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ